ਗੁਰਬਾਣੀ ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਫੈਲੇ ਵਿਦਿਆ ਚਾਨਣ ਹੋਏ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰੇ ਨਾਲ ਨੇ ਬੀਬੀ ਜਸਬੀਰ ਕੌਰ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਵੱਲੋਂ ਦਰਸਾਏ ਜੀਵਨ ਜਾਂਚ ਦੇ ਮਾਰਗ ਅਤੇ ਉਸ ਦੇ ਵਿੱਚ ਵੱਖ-ਵੱਖ ਜਿਹੜੀਆਂ ਥਾਟਸ ਨੇ ਉਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਬੀਬੀ ਜੀ, ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਅਸੀਂ ਤੁਹਾਡਾ ਵੀ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੇ ਆਪ ਜੀ ਦੇ ਚੈਨਲ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਸਿੱਧੇ ਤੌਰ ਦੇ ਉੱਤੇ ਦਰਸ਼ਨ ਕਰਨ ਦੀ ਗੱਲ ਕਰਦੇ ਹਾਂ, ਸ਼ੁਰੂ ਕਰਦੇ ਹਾਂ ਗੱਲਬਾਤ। ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਵੇਂ ਗੁਰੂ ਅਰਜਨ ਪਾਤਸ਼ਾਹ ਨੇ ਉਸ ਦੀ ਸੰਪਾਦਨਾ ਕੀਤੀ, ਕਿਵੇਂ ਵੱਖ-ਵੱਖ ਭੱਟਾਂ ਦੀ ਬਾਣੀ, ਗੁਰੂ ਸਾਹਿਬ ਦੀ ਬਾਣੀ, ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ। ਸ਼ੁਰੂਆਤ ਜਪਜੀ ਸਾਹਿਬ ਤੋਂ ਹੁੰਦੀ ਹੈ। ਜਪਜੀ ਸਾਹਿਬ ਬਾਰੇ ਵੱਖ-ਵੱਖ ਜਿਹੜੇ ਵਿਦਵਾਨ ਨੇ ਉਹਨਾਂ ਨੇ ਵੀ ਉਸ ਦਾ ਟੀਕਾ ਤਿਆਰ ਕੀਤਾ, ਅਰਥ ਕਰਨ ਦੀ ਕੋਸ਼ਿਸ਼ ਕੀਤੀ। ਓਸ਼ੋ ਵਰਗੇ ਵਿਦਵਾਨ ਨੇ ਵੀ ਕੋਸ਼ਿਸ਼ ਕੀਤੀ। ਕੀ ਤੁਹਾਨੂੰ ਲੱਗਦਾ ਹੈ ਕਿ ਉਸ ਤਰੀਕੇ ਨਾਲ ਜਪਜੀ ਸਾਹਿਬ ਦੇ ਜਿਹੜੇ ਅਰਥ ਨੇ, ਭਾਵ ਅਰਥ ਨੇ, ਟੀਕਾਕਰਨ ਹੈ, ਉਹ ਹੋਇਆ ਉਸ ਤਰੀਕੇ ਨਾਲ? ਅਤੇ ਇਹਦੇ ਤੋਂ ਹੀ ਆਪਾਂ ਅੱਗੇ ਸ਼ੁਰੂ ਕਰਾਂਗੇ ਕਿ ਜਪਜੀ ਸਾਹਿਬ ਦੇ ਵਿੱਚ ਹੈ ਕੀ ਹੈ। ਇੱਕ ਸਮੁੱਚੀ ਜੀਵਨ ਜਾਂਚ ਹੈ ਜਿਹੜੀ ਤੁਹਾਡੀ, ਉਹ ਉੱਥੋਂ ਸ਼ੁਰੂ ਹੋ ਜਾਂਦੀ ਹੈ। ਅਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ, ਕਿਵੇਂ ਤੁਸੀਂ ਸਾਡੇ ਦਰਸ਼ਕਾਂ ਅੱਗੇ ਰੱਖੋਗੇ? ਹਾਂਜੀ, ਦੇਖੋ, ਗੁਰੂ ਨਾਨਕ ਪਾਤਸ਼ਾਹ ਜੀ ਦੀ ਆਪਾਂ ਨੂੰ ਸਮਝਣਾ ਪਏਗਾ ਕਿ ਪਹਿਲੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਆਪਣੀ ਬਾਅਦ ਦੀ ਉਮਰ ਦੇ ਵਿੱਚ ਲਿਖਿਆ ਅਤੇ ਸਾਡੇ ਤੱਕ ਪਹੁੰਚਦਾ ਕੀਤਾ। ਜਪਜੀ ਸਾਹਿਬ ਨੂੰ ਆਮ ਜਿਹੜੇ ਸਾਡੇ ਸਿਆਣੇ ਵਿਦਵਾਨ ਉਹ ਗੁਰੂ ਗ੍ਰੰਥ ਸਾਹਿਬ ਦਾ ਸਾਰ ਵੀ ਮੰਨਦੇ ਨੇ ਕਿ ਤੁਸੀਂ ਜਪਜੀ ਨੂੰ ਸਮਝਣਾ ਹੈ ਅਤੇ ਇਸ ਤੋਂ ਅੱਗੇ ਚੱਲਣਾ ਹੈ। ਫਿਰ ਸਾਰਾ ਵਿਆਖਿਆ ਜਿਹੜਾ ਹੈ ਬਾਕੀ ਦਾ ਗੁਰੂ ਗ੍ਰੰਥ ਸਾਹਿਬ, ਉਹ ਜਪਜੀ ਦੀ ਹੀ ਵਿਆਖਿਆ ਹੈ। ਸਾਨੂੰ ਇਹ ਵੀ ਸਮਝਣਾ ਪਏਗਾ ਕਿ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਮੰਗਲਾਚਰਨ ਉਚਾਰਨ ਕੀਤਾ ਹੈ ਅਤੇ ਮਹਾਰਾਜ ਨੇ ਸਭ ਤੋਂ ਉੱਤੇ ਜਦੋਂ ਆਪਣੇ ਇਸ਼ਟ ਨੂੰ ਧਿਆਇਆ ਹੈ। ਸਾਹਿਬ ਦਾ ਇਸ਼ਟ ਹੈ ਇੱਕ ਓਂਕਾਰ। ਇੱਕ ਦਾ ਮਤਲਬ ਮਹਾਰਾਜ ਉਹਨੂੰ ਈੜੀ ਅਤੇ ਉਹਨੂੰ ਸਿਹਾਰੀ ਅਤੇ ਕੱਕਾ ਵੀ ਲਿਖ ਸਕਦੇ ਸੀ, ਪਰ ਕਿਉਂਕਿ ਸਾਡੇ ਸਾਹਿਬ ਐਡੇ ਵੱਡੇ ਵਿਜ਼ਨਰੀ ਰੱਬ ਨੇ ਆਪ ਹੀ, ਜੇ ਤੁਸੀਂ ਰੱਬ ਦੇ ਦਰਸ਼ਨ ਕਰਨੇ ਨੇ ਤੇ ਗੁਰਬਾਣੀ 'ਚੋਂ ਹੀ ਹੋ ਸਕਦੇ ਆ ਸਿੱਖ ਦੇ ਲਈ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ। ਅਤੇ ਮਹਾਰਾਜ ਨੇ ਜਦੋਂ ਇੱਕ ਓਂਕਾਰ ਲਿਖਿਆ ਅਤੇ ਪਹਿਲਾਂ ਨਿਊਮਰਲ ਲਾਇਆ, ਮਤਲਬ ਅੱਖਰ ਨਹੀਂ ਲਾਇਆ, ਉਹ ਹਿੰਸਾ ਹੈ, ਇੱਕ ਡਿਜਿਟ ਨਿਊਮਰਲ ਜਾਂ ਹਿੰਸਾ ਕਹਿ ਲਓ, ਆਪਾਂ ਹਿੰਸਾ ਵੀ ਕਹਿੰਦੇ ਹਾਂ, ਉਹ ਇੱਕ ਹੈ। ਕਿਉਂਕਿ ਹਿੰਦਸੇ ਨੂੰ ਕੋਈ ਭੰਨ ਨਹੀਂ ਸਕਦਾ ਕਿ ਉਹਨੂੰ ਕੋਈ ਕਿੱਦਾਂ ਭੰਨੇਗਾ, ਕਿਉਂਕਿ ਪਤਾ ਸੀ ਸਾਹਿਬ ਨੂੰ ਕਿ ਉਹਨਾਂ ਦੇ ਆਲੇ ਦੁਆਲੇ ਜਿਹੜੇ ਮੌਲਾਣੇ ਬਾਹਮਣ ਇਹ ਉਹ ਸਾਰੇ ਬੈਠੇ ਨੇ, ਉਹਨਾਂ ਨੂੰ ਅਸੀਂ ਬਿੱਪਰ ਕਹਿੰਦੇ ਹਾਂ। ਬਿੱਪਰ ਦਾ ਮੀਨਿੰਗ ਕੀ ਹੈ ਕਿ ਰੱਬ ਤੋਂ, ਤੁਹਾਡੇ ਅਸਲੇ ਤੋਂ, ਤੁਹਾਡੀ ਅਸਲੀਅਤ ਹੋਂਦ ਤੋਂ ਤੁਹਾਨੂੰ ਵਿਪਰੀਤ ਲੈ ਕੇ ਜਾਏਗਾ, ਭੁਲੇਖਿਆਂ 'ਚ ਪਾਏਗਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਵੀ ਧੁੰਦ ਨੂੰ ਮਿਟਾਉਣ ਹੀ ਆਏ ਸੀ। ਧੁੰਦ ਕੋਈ ਬਾਹਰ ਨਹੀਂ ਸੀ, ਅੰਦਰ ਫੈਲੀ ਹੋਈ ਹੈ, ਹਨੇਰਾ। ਸੋ ਇੱਕ ਲਿਖਿਆ ਅਤੇ ਅੱਗੇ ਓਮ ਤੇ ਕਾਰ ਹੈ। ਇਹ ਮੈਂ ਤੁਹਾਨੂੰ ਡਿਟੇਲ 'ਚ ਤਾਂ ਦੱਸਿਆ ਕਿ ਜੇ ਸਾਨੂੰ ਇੱਕ ਓਂਕਾਰ ਨਹੀਂ ਪਤਾ ਤੇ ਮੰਗਲਾਚਰਨ ਨਹੀਂ ਸਮਝ ਆਏਗਾ, ਨਹੀਂ ਆਏਗਾ। ਜੇ ਮੰਗਲਾਚਰਨ ਸਮਝ ਨਹੀਂ ਆਇਆ ਤੇ ਜਪਜੀ ਦਾ ਤੇ ਅਰਥ ਹੀ ਨਹੀਂ ਹੈ, ਤੇ ਅੱਗੋਂ ਗੁਰੂ ਗ੍ਰੰਥ ਸਾਹਿਬ ਵੀ ਸਮਝ ਨਹੀਂ ਆਉਣਾ। ਸੋ ਸਾਨੂੰ ਸਭ ਤੋਂ ਪਹਿਲਾਂ ਸਮਝਣਾ ਪਏਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ਼ਟ ਇੱਕ ਓਂਕਾਰ ਹੈ। ਉਹ ਤਾਕਤ ਇੱਕੋ ਹੀ ਹੈ ਜਿਹੜੀ ਸਾਨੂੰ ਪੈਦਾ ਕਰਦੀ ਹੈ, ਸਾਡੀ ਸੰਭਾਲ ਕਰਦੀ ਹੈ ਅਤੇ ਫਿਰ ਸਾਡਾ ਵਿਨਾਸ਼ ਵੀ ਉਹੀ ਕਰਦੀ ਹੈ। ਔਰ ਇਹ ਕਾਰ ਉੱਤੇ ਕਾਰ ਲੱਗੀ ਹੋਈ ਹੈ, ਊੜਾ ਖੁੱਲ੍ਹਾ ਹੈ। ਅਤੇ ਪਿਛਲੇ ਜਿਹੜੇ ਰਿਸ਼ੀ ਮੁਨੀ ਸੀ ਭਾਰਤ ਦੇ, ਮੈਂ ਬਾਹਮਣ ਨਹੀਂ ਕਹਿ ਰਹੀ ਜਾਂ ਪੰਡਤ ਨਹੀਂ ਕਹਿ ਰਹੀ, ਕਿਉਂਕਿ ਉਹਨਾਂ ਨੇ ਇਹਨੂੰ ਆਪਣੀ ਇੱਕ ਧਰੋਹਰ ਬਣਾ ਲਿਆ, ਜਾਇਦਾਦ ਬਣਾ ਲਿਆ, ਕਮਾਈ ਦਾ ਵਸੀਲਾ ਬਣਾ ਲਿਆ। ਵਰਤੋਂ ਕਿਹਦੇ ਲਈ ਕੀਤੀ? ਸਿਰਫ ਆਪਣੇ ਫਾਇਦੇ ਲਈ ਕੀਤੀ। ਆਪਣੇ ਫਾਇਦੇ ਲਈ ਕੀ ਕੀਤੀ ਕਿ ਤਾਕਤ ਵੀ ਮੇਰੀ ਤੇ ਪੈਸਾ ਵੀ ਮੇਰਾ ਤੇ ਵਿਦਿਆ ਵੀ ਮੇਰੀ, ਤੁਹਾਡੇ ਪੱਲੇ ਕੁਛ ਨਹੀਂ, ਤੁਸੀਂ ਤਾਂ ਮੇਰੀ ਸੇਵਾ ਕਰੋ। ਕਿਉਂਕਿ ਉਹ ਕਹਿੰਦਾ ਮੈਂ ਹੱਕ ਵੀ ਆਪਣਾ ਰੱਖ ਲਿਆ। ਹਾਂ,
ਵੀ ਇਹਨੂੰ ਜਿਹੜਾ ਪੜ੍ਹੇਗਾ ਜਾਂ ਇਹਦੇ ਤੇ ਵਿਚਾਰ ਵੀ ਨਹੀਂ ਕੋਈ ਕਰ ਸਕਦਾ ਦੂਜੀ ਜਾਤੀ ਦਾ, ਸਿਰਫ ਬ੍ਰਾਹਮਣ ਦਾ ਹੀ ਹੱਕ ਹੈ, ਕਿਉਂਕਿ ਉਹਨੂੰ ਸੋਲ ਪ੍ਰਾਪਰਟੀ ਬਣਾ ਲਿਆ ਆਪਣੀ। ਤੇ ਮਹਾਰਾਜ ਦੇ ਨਾਲ ਅੱਜ ਤੱਕ 550 ਸਦੀਆਂ ਦਾ ਵੈਰ ਜਿਹੜਾ ਹੈਗਾ ਉਹ ਇਹੀ ਹੈ। ਉਹ ਕਹਿੰਦੇ ਸੀ ਤੂੰ ਇਹ ਬ੍ਰਹਮ ਦੀ ਵਿਦਿਆ ਸਭ ਨੂੰ ਕਿੱਦਾਂ ਵੰਡ ਰਿਹਾ ਹੈ, ਤੂੰ ਨਹੀਂ ਵੰਡ ਸਕਦਾ। ਸਾਹਿਬ ਨੇ ਕਿਹਾ ਨਹੀਂ, ਬ੍ਰਹਮ ਤੇ ਸਭ ਵਿੱਚ ਹੈ ਤੇ ਮੈਂ ਵੰਡੂੰਗਾ ਤੇ ਗਾਊਂਗਾ, ਇੰਨਾ ਗਾਊਂਗਾ ਕਿ ਹਰ ਕੋਈ ਗਾਉਣ ਲੱਗ ਜਾਏਗਾ। ਉਹਨਾਂ ਨੇ ਗਾਉਣ ਸਾਡੇ ਵਰਗੇ ਸ਼ੂਦਰਾਂ ਨੂੰ ਲਾਤਾ ਤੇ ਮੈਨੂੰ ਔਰਤ ਨੂੰ ਅੱਜ ਵੀ ਉਹ ਸ਼ੂਦਰ ਹੀ ਮੰਨਦੇ ਹੈ, ਪਰ ਗੁਰੂ ਨੇ ਮੈਨੂੰ ਮਹਾਰਾਣੀ ਬਣਾਤਾ ਕੌਰ ਬਣਾ ਕੇ, ਤੇ ਮੈਂ ਮਹਾਰਾਣੀ ਬਣੂੰਗੀ ਤੇ ਬਣੀ ਹੋਈ ਹਾਂ। ਮੈਂ ਤੇ ਸ਼ੂਦਰਪਣਾ ਛੱਡਦਾ। ਕਿਉਂ ਛੱਡਿਆ? ਕਿ ਮੇਰੇ ਸਾਹਿਬ ਨੇ ਵੀ ਆਪਣੇ ਆਪ ਨੂੰ, ਕੱਲੇ ਗੁਰੂ ਨਾਨਕ ਨੇ ਸਾਰੀ ਦੁਨੀਆ ਦੇ ਧਾਰਮਿਕ ਇਤਿਹਾਸ ਦੇ ਅੰਦਰ ਜਿਨ੍ਹਾਂ ਨੇ ਆਪਣੇ ਆਪ ਨੂੰ ਔਰਤ ਕਿਹਾ ਹੈ ਔਰ ਗੁਰਬਾਣੀ ਚ ਬਾਰ-ਬਾਰ ਕਿਹਾ ਹੈ, ਉਹ ਕਹਿੰਦੇ ਮੈਂ ਬੰਜਾਰਨ ਰਾਮ ਕੀ ਤੇਰਾ ਨਾਮ ਵਖਰ ਪਾਰ। ਉਹ ਕਹਿੰਦੇ ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ। ਸਾਹਿਬ ਨੇ ਫਿਰ ਕਿਉਂਕਿ ਜਿਹੜੀ ਇਹਦੇ ਚ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਸਾਡੇ ਗੁਰੂ ਸਾਹਿਬ ਨੇ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ। ਪਰ ਜਦੋਂ ਆਪਾਂ ਪਹਿਲਾਂ ਆਪਾਂ ਇਸ ਵਿਸ਼ੇ ਤੇ ਵੀ ਆਵਾਂਗੇ, ਇਸ ਤੋਂ ਬਾਅਦ ਆਵਾਂਗੇ, ਜਿਹੜਾ ਜੀਵਨ ਜਾਤ ਸ਼ੁਰੂ ਹੋ ਜਾਂਦੀ ਹੈ ਇੱਕ ਓਂਕਾਰ ਤੋਂ ਲੈ ਕੇ ਹੀ, ਹੈ ਨਾ, ਵੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਹ ਅੱਗੇ ਸਵਾਲ ਜਵਾਬ ਵੀ ਹੁੰਦੇ ਨੇ ਵੀ ਸੋਚੈ ਸੋਚ ਨਾ ਹੋਵੇ, ਵੀ ਕਿੰਨੀਆਂ ਗੱਲਾਂ ਤੋਂ ਸਾਨੂੰ ਛੁਟਕਾਰੇ ਵੀ ਦਿਵਾਉਂਦੇ ਨੇ। ਮਤਲਬ ਕਹਿਣ ਦਾ ਕਿ ਸਮੁੱਚੇ ਰੂਪ ਦੇ ਵਿੱਚ ਜੇ ਤੁਸੀਂ ਦੁਨਿਆਵੀ ਉਲਝਣਾਂ ਤੋਂ ਜਾਂ ਆਪਣੇ ਨਿੱਜੀ ਝਗੜਿਆਂ ਝਮੇਲਿਆਂ ਤੋਂ ਨਿਜਾਤ ਪਾਉਣੀ ਆ, ਉਹਦੇ ਜਵਾਬ ਨੇ ਉਹ ਸਾਡੇ ਦਰਸ਼ਕ ਜ਼ਰੂਰ ਜਾਣਨਾ ਚਾਹਣਗੇ। ਹਾਂਜੀ, ਅਸੀਂ ਮੰਗਲਾਚਰਨ ਦੀ ਗੱਲ ਕਰ ਰਹੇ ਸੀ। ਜਦੋਂ ਅਸੀਂ ਇੱਕ ਹੋ ਗਏ ਤੇ ਇੱਕ ਦੇ ਹੀ ਆਸ਼ਿਕ ਹੋ ਗਏ, ਉਹੀ ਨਹੀਂ ਹੈ ਸਮਝਣ ਦੀ ਤੇ ਵਰਤਣ ਦੀ ਤੇ ਜੀਵਨ ਜਾਚ ਨੂੰ ਸਹੀ ਤੋਰਨ ਦੀ। ਕਿ ਗੁਰੂ ਨਾਨਕ ਕਹਿੰਦੇ ਅੰਦਰੋਂ ਬਾਹਰੋਂ ਇੱਕ ਹੋ ਜਾ, ਮਤਲਬ ਇੱਕ ਨਾ, ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਮਤਲਬ ਜੇ ਤੂੰ ਆਪਣੇ ਮਨ ਬਚ ਕਰਮ ਵਿੱਚ ਇੱਕ ਬਣੇਗਾ, ਇੱਕ ਓਂਕਾਰ ਦਾ ਹਿੱਸਾ ਤੇ ਤਾਂ ਹੀ ਬਣੇਗਾ ਨਾ। ਕਿਉਂਕਿ ਜੇ ਅਸੀਂ ਇੱਕ ਓਂਕਾਰ ਦੀ ਔਲਾਦ ਆ, ਸਾਰੇ ਕਹਿੰਦੇ ਭਗਵਾਨ ਤਾਂ ਸਭੀ ਮੇਂ ਹੈ, ਗੋਡ ਇਜ਼ ਐਵਰੀਵੇਅਰ, ਗੋਡ ਇਜ਼ ਇਨ ਐਵਰੀਬਡੀ, ਦੈਨ ਵਾਈ ਆਰਨਟ ਵੀ ਗੋਡਲੀ? ਅਸੀਂ ਫਿਰ ਰੱਬ ਵਰਗੇ ਕਿਉਂ ਨਹੀਂ ਆ? ਪਿਓ ਵਰਗੀ ਹੁੰਦੀ ਨਾ ਔਲਾਦ, ਤੇ ਸਾਡਾ ਪਿਓ ਗੁਰੂ ਨਾਨਕ ਹੈ ਰੱਬ ਦੇ ਰੂਪ ਦੇ ਵਿੱਚ। ਫਿਰ ਅਸੀਂ ਗੁਰੂ ਨਾਨਕ ਵਰਗਾ ਕੁਛ ਤੇ ਲਈਏ ਆਪਣੇ ਅੰਦਰ, ਗੁਰੂ ਗੋਬਿੰਦ ਸਿੰਘ ਵਰਗਾ ਕੁਛ ਤੇ ਹੋਵੇ ਸਾਡੀਆਂ ਜਿਹੜੀਆਂ ਵਿਚਾਰਾਂ ਨੇ ਜਾਂ ਸਾਡੀ ਜਿਹੜੀ ਜੀਵਨ ਜਾਚ ਹੈ, ਵਿਵਹਾਰ ਹੈ, ਉਹਦੇ ਚੋਂ ਸਿੱਖੀ ਚੱਲ ਕੇ ਸਾਨੂੰ ਦੱਸਣ ਦੀ ਲੋੜ ਹੀ ਨਾ ਪਏ। ਪੁੱਛਣ ਲੋਕੀ ਕਿ ਇਹ ਕੌਣ ਨੇ, ਇਹਨਾਂ ਕੋਲ ਕੀ ਹੈ, ਉਹ ਇਹ ਇੱਕ ਓਂਕਾਰ। ਤੇ ਆਪਾਂ ਦੱਸਦਾ ਅੱਗੇ ਮਹਾਰਾਜ ਨੇ ਜਿਹੜੇ ਲਫ਼ਜ਼ ਆਉਂਦੇ ਨੇ ਇੱਕ ਓਂਕਾਰ ਤੋਂ ਬਾਅਦ ਆਉਂਦਾ ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸੈਭੰਗ। ਇਹ ਗੁਣ ਨੇ ਵਾਹਿਗੁਰੂ ਦੇ, ਅੱਲਾ ਦੇ, ਪਰਮਾਤਮਾ ਦੇ, ਗੋਡ ਦੇ। ਉਹਨਾਂ ਗੁਣਾਂ ਨੂੰ ਸਤਿਗੁਰੂ ਨਾਨਕ ਜੀ ਨਮਸਕਾਰ ਕਰਕੇ ਕਹਿੰਦੇ ਨੇ ਕਿ ਮੇਰੇ ਮਹਿਬੂਬ, ਮੇਰੇ ਇਸ਼ਟ, ਮੇਰੇ ਰੱਬ, ਮੇਰੀ ਹੋਂਦ ਦੇ ਇੱਕ ਓਂਕਾਰ ਦੇ ਆ ਗੁਣ ਨੇ। ਉਹ ਆ ਕੁਝ ਕਰਦਾ ਹੈ, ਸੱਚੀ ਹੋਂਦ ਵਾਲਾ ਹੈ, ਕ੍ਰੀਏਸ਼ਨ ਕਰਦਾ ਹੈ, ਕਰਤਾ ਪੁਰਖ ਹਰ ਵੇਲੇ ਕ੍ਰੀਏਟ ਕਰਦਾ ਰਹਿੰਦਾ ਹੈ, ਆਲ ਦਾ ਟਾਈਮ। ਨਿਰਭਉ ਹੈ, ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ, ਤਾਂ ਉਹਨੂੰ ਕਾਹਦਾ ਡਰ ਹੈ? ਹੁਣ ਆਪਣੇ ਤੋਂ ਤਗੜੇ ਦਾ ਡਰ ਹੁੰਦਾ ਨਾ, ਤੇ ਉਹ ਤੇ ਆਪਣੇ ਆਪ 'ਚ ਪਰਿਪੂਰਨ ਹੈ, ਉਹਦੇ ਵਰਗਾ ਕੋਈ ਨਹੀਂ ਹੈ, ਇਸ ਲਈ ਉਹਨੂੰ ਕੋਈ ਡਰ ਹੀ ਨਹੀਂ ਹੈ। ਉਹਦੀ ਸਾਰੀ ਕ੍ਰੀਏਸ਼ਨ ਹੈ, ਇਸ ਲਈ ਉਹਨੂੰ ਕਿਸੇ ਨਾਲ ਵੈਰ ਹੈ ਹੀ ਨਹੀਂ। ਹੋ ਕਿਵੇਂ ਸਕਦਾ ਹੈ? ਉਹਦੇ ਪਿਆਰ 'ਚੋਂ ਇਹ ਕ੍ਰੀਏਸ਼ਨ ਹੋਈ ਹੈ, ਤੇ ਆਪਣੀ ਕ੍ਰੀਏਸ਼ਨ ਆਪਣੇ ਪਿਆਰ ਨਾਲ ਉਹਦਾ ਵੈਰ ਕਿੱਦਾਂ ਹੋ ਸਕਦਾ? ਤੇ ਉਹਦੀ ਕ੍ਰੀਏਸ਼ਨ ਦਾ ਵੀ ਦੂਜੇ ਦੇ ਨਾਲ ਵੈਰ ਕਿੱਦਾਂ ਹੋ ਸਕਦਾ ਜਿਹੜਾ ਉਹਦੇ ਵਰਗਾ ਹੈ? ਨਿਰਭਉ। ਅੱਗੇ ਹੈਗਾ ਅਕਾਲ ਮੂਰਤ। ਉਹਦੀ ਜਿਹੜੀ ਹੋਂਦ ਹੈ ਉਹਦੇ ਤੇ ਟਾਈਮ ਦਾ ਕੋਈ ਅਸਰ ਨਹੀਂ ਹੈ, ਅਕਾਲ ਹੈ, ਕਾਲ ਤੋਂ ਰਹਿਤ ਹੈ। ਮੂਰਤ ਨੂੰ ਕਦੀ ਮੂਰਤੀ ਨਹੀਂ ਮੰਨਣਾ। ਇਹ ਉਹਦੀ ਹੋਂਦ ਦੇ ਲਈ ਪ੍ਰਤੀਕ ਹੈ ਕਿ ਉਹਦੀ ਹੋਂਦ ਜਿਹੜੀ ਹੈ ਸदैव ਸੱਚੀ ਸੁੱਚੀ ਨਿਆਰੀ ਨਵੀਂ ਨਰੋਈ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਹੈ। ਜੂਨੀਆਂ 'ਚ ਨਹੀਂ ਪੈਂਦਾ। ਸਾਡੀ ਸੁਰਤ ਜੂਨੀਆਂ 'ਚ ਜਿਉਂਦੇ ਜੀਵੀ ਪੈਂਦੀ। ਕਦੀ ਅਸੀਂ ਕਾਂ ਵਰਗੇ ਹੁੰਦੇ ਹਾਂ, ਭੈੜੇ ਬੋਲ ਬੋਲਦੇ ਹਾਂ, ਹਾਥੀ ਵਰਗੇ ਹੁੰਦੇ ਹਾਂ, ਕਾਮਵਸ ਹੁੰਦੇ ਹਾਂ, ਬੋਲਦਾਂ ਵਰਗੇ ਹੁੰਦੇ ਹਾਂ। ਸਾਰੇ ਸ਼ਬਦ ਨੇ ਗੁਰਬਾਣੀ 'ਚ, ਮੈਂ ਜਿਹੜੀ ਤੁਹਾਨੂੰ ਐਗਜ਼ਾਮਪਲ ਦੇ ਰਹੀ। ਆਲਸੀ ਹੁੰਦੇ ਹਾਂ। ਫਿਰ ਅੱਗੇ ਹੈਗਾ ਸੈਭੰਗ। ਆਪਣੇ ਆਪ ਤੋਂ ਖੁਦ ਹੀ ਪ੍ਰਕਾਸ਼ਮਾਨ ਹੈ।
ਉਹਨੂੰ ਕਿਸੇ ਨੇ ਨਹੀਂ ਬਣਾਇਆ। ਪਰ ਸਾਹਿਬ ਕਹਿੰਦੇ ਐਸਾ ਪਰਮਾਤਮਾ, ਐਸਾ ਰੱਬ, ਐਸਾ ਪਰਮੇਸ਼ਰ ਤੁਹਾਨੂੰ ਸੋਝੀ ਕਿੱਥੋਂ ਪਏਗੀ? ਗੁਰਪ੍ਰਸਾਦ ਤੋਂ, ਗੁਰੂ ਦੀ ਰਹਿਮਤ ਤੋਂ, ਨਦਰੇ ਕਰਮ ਤੋਂ ਬਿਨਾ ਇਹ ਸੋਝੀ ਨਹੀਂ ਮਿਲੇਗੀ। ਇਸ ਲਈ ਗੁਰੂ ਦੇ ਨਾਲ ਜੁੜੋ, ਗੁਰੂ ਦੇ ਵੱਲ ਜਾਓ, ਗੁਰੂ ਵੱਲ ਆਪਣਾ ਮੁੱਖ ਰੱਖੋ, ਗੁਰਮੁਖ ਬਣੋ, ਫਿਰ ਤੁਹਾਨੂੰ ਇਹਨਾਂ ਸਾਰੇ ਗੁਣਾਂ ਦੀ ਸੋਝੀ ਨਹੀਂ ਇਕੱਲੀ ਪਏਗੀ, ਇਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਣਗੇ। ਜਿਵੇਂ ਕਹਿੰਦੇ ਨਾ ਭਾਂਡੇ ਵਿੱਚ ਘਿਓ ਰੱਖੀਦਾ ਜਿਹਦੇ 'ਚ, ਤੇ ਭਾਂਡਾ ਕੁਛ ਨਹੀਂ ਕਰਦਾ, ਉਹਦੇ 'ਚ ਘਿਓ ਹੁੰਦਾ ਹੈ। ਪਰ ਸਾਨੂੰ ਪਤਾ ਜਦੋਂ ਅਸੀਂ ਪਿੰਡਾਂ 'ਚੋਂ ਆਏ ਆ ਤੇ ਚਾਟੀਆਂ ਹੁੰਦੀਆਂ ਸੀ, ਮਿੱਟੀ ਦੇ ਭਾਂਡੇ, ਮਿੱਟੀ ਦੇ ਹੁੰਦੇ ਸੀ, ਉਹਦੇ 'ਚ ਰਚ ਵਸ ਜਾਂਦਾ ਸੀ, ਭਾਂਡੇ ਦਾ ਚਿਹਰਾ ਹੀ ਬਦਲ ਜਾਂਦਾ ਸੀ, ਭਾਂਡੇ ਦਾ ਆਕਾਰ ਜਿਹੜਾ ਉਹਦੇ 'ਚ ਥਿੰਦਾ ਲੱਗਿਆ ਹੁੰਦਾ ਸੀ, ਥਿੰਦਾ ਹੋ ਜਾਂਦਾ ਸੀ। ਹਾਂ, ਹੁਣ ਵੀ ਤੁਸੀਂ ਜਿੰਨਾ ਭਾਂਡਿਆਂ 'ਚ ਆਪਾਂ ਘਿਓ ਰੱਖਦੇ ਆ, ਉਹ ਸ਼ੀਸ਼ੀਆਂ ਛੇਤੀ ਸਾਫ਼ ਨਹੀਂ ਹੁੰਦੀਆਂ ਜਦ ਤੱਕ ਤੱਤਾ ਪਾਣੀ ਨਾ ਪਾਈਏ। ਐਦਾਂ ਗੁਰਬਾਣੀ ਜਿਹੜੇ ਮੁੱਖ ਦੇ ਵਿੱਚ ਵਸੇਗੀ, ਜਿਸ ਦਿਲ ਦੇ ਵਿੱਚ ਜਾਏਗੀ, ਜਿਸ ਸੁਰਤ ਦੇ ਵਿੱਚ ਜਾਏਗੀ, ਉੱਥੇ ਅਸਰ ਛੱਡੇਗੀ। ਸੋ ਇਹ ਅਸੀਂ ਤੁਸੀਂ ਮੈਨੂੰ ਪੁੱਛਿਆ ਕਿ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਾਣੀ ਜਿਹੜੀ ਹੈਗੀ ਹੈ, ਇਹਦੇ ਵਿੱਚ ਜੋ ਪ੍ਰਚਲਿਤ ਸੀ ਉਦੋਂ, ਜੋ ਕੁਝ ਸਮਾਜ ਵਿੱਚ ਚੱਲ ਰਿਹਾ ਸੀ, ਮਹਾਰਾਜ ਨੇ ਉਹਦੀ ਸਾਰੀ ਵਿਆਖਿਆ ਕਰਕੇ ਫਿਰ ਆਪਣਾ ਵਿਚਾਰ ਦਿੱਤਾ। ਹਰ ਪੌੜੀ 'ਚ ਇੱਦਾਂ ਹੈ, ਅਗਲੀ 'ਚ ਵੀ ਇੱਦਾਂ, ਅਗਲੀ 'ਚ ਵੀ ਇੱਦਾਂ। ਮਹਾਰਾਜ ਨੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਖਰਾਬ ਹੈ, ਮੈਂ ਤੈਨੂੰ ਨਹੀਂ ਮੰਨਦਾ। ਹਾਂ, ਉਹਨੂੰ ਕੁਐਸਚਨ ਕੀਤਾ ਹੈ, ਚੈਲੰਜ ਕੀਤਾ ਹੈ। ਜਿੱਦਾਂ ਹੁਣ ਅਸੀਂ ਪਹਿਲੀ ਪੌੜੀ ਤੋਂ ਆਪ ਜੀ ਨੇ ਹੁਣੇ ਅਰਜ਼ ਕੀਤੀ ਸੀ, ਪਹਿਲੀ ਪੌੜੀ ਸ਼ੁਰੂ ਹੀ ਹੁੰਦੀ ਹੈ ਸੋਚੈ ਸੋਚ ਨਾ ਹੋਵੇ ਜੇ ਸੋਚੀ, ਵੈਸੇ ਉਹ ਸੋਚੀ ਲਫ਼ਜ਼ ਹੈ, ਹਾਂਜੀ, ਅਸੀਂ ਸੋਚੀ ਪੜ੍ਹ ਲੈਂਦੇ ਹਾਂ, ਉਹ ਸੋਚੀ ਸੋਚਾਂ ਨਾਲ ਨਹੀਂ ਹੈ। ਕਿਉਂਕਿ ਮੌਲਾਣਿਆਂ ਨੇ, ਬ੍ਰਾਹਮਣਾਂ ਨੇ ਇਹ ਭਰਮ ਜਾਲ ਪਾਇਆ ਹੋਇਆ ਸੀ ਕਿ ਨਹਾਉਣ ਦੇ ਨਾਲ ਹੀ ਸੁੱਚਮ ਹੁੰਦੀ ਹੈ, ਸਰੀਰ ਨੂੰ ਧੋਣ ਨਾਲ। ਹਾਂ, ਬਿਲਕੁਲ ਠੀਕ ਹੈ ਜੀ। ਬਹੁਤ ਕਰਮਕਾਂਡ ਇਸ ਤਰੀਕੇ ਦੇ ਸਿਰਜੇ ਹੋਏ ਸੀ ਉਸ ਵੇਲੇ, ਅੱਜ ਵੀ ਸਿਰਜੇ ਹੋਏ ਨੇ, ਅੱਜ ਵੀ ਸਿਰਜੇ ਹੋਏ ਸੀ। ਹਾਂ, ਵੀ ਨਹਾਤਾ ਨਹੀਂ, ਨਹਾਉਣ ਨਾ ਸੋਚਾ ਨਹੀਂ ਤੇ ਤੂੰ ਗੰਦਾ ਹੈ। ਸਾਹਿਬ ਕਹਿੰਦੇ ਆ ਜਲ ਕੇ ਉਹ ਹੈਗਾ ਨਾ, ਜੇ ਪਾਣੀ ਨਾਲ ਨਹਾਉਣ ਨਾਲ ਕਹਿੰਦੇ ਤੇਰੀ ਹੋ ਜਾਂਦੀ ਹੁੰਦੀ ਸੁੱਚਮ, ਤੇ ਜਲ ਕਾ ਮਿੰਡ ਤੇ ਨਿਤ ਨਿਤ ਨਹਾਉਂਦਾ ਹੈਗਾ। ਤੇ ਸਾਹਿਬ ਨੇ ਇਹਨੂੰ ਕਿਹਾ ਕਿ ਸੋਚੈ ਸੋਚ ਨਾ ਹੋਵੇ, ਨਹਾਉਣ ਧੋਣ ਨਾਲ ਤੇਰੀ ਰੂਹ, ਤੇਰਾ ਮਨ ਪਵਿੱਤਰ ਨਹੀਂ ਹੋਣਾ, ਭਾਵੇਂ ਲੱਖਾਂ ਵਾਰੀ ਨਾ। ਮਨ ਦਾ ਇਸ਼ਨਾਨ ਗੁਰਬਾਣੀ ਹੈ। ਉਹ ਕਹਿੰਦੇ ਨਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਉਹ ਦਰਬਾਰ ਸਾਹਿਬ ਦੇ ਸਰੋਵਰ ਲਈ ਇਕੱਲਾ ਨਹੀਂ ਹੈ, ਉੱਥੇ ਨਹਾਉਣਾ ਹੈ, ਉਹਦਾ ਇੱਕ ਅਲੱਗ ਮੀਨਿੰਗ ਹੈ, ਬਹੁਤ ਇੰਪੋਰਟੈਂਸ ਹੈ। ਉੱਥੇ ਨਹਾਉਣਾ ਵੀ ਬਹੁਤ ਲਾਜ਼ਮੀ ਹੈ। ਉਹ ਅੰਮ੍ਰਿਤ ਸਰੋਵਰ ਹੈ। ਕਿਉਂ? ਉਹ ਜਾਤਾਂ ਪਾਤਾਂ ਦੇ ਭੇਦ ਮਿਟਾਉਂਦਾ ਹੈ, ਸਾਨੂੰ ਸ਼ੂਦਰਾਂ ਨੂੰ ਤਾਂ ਪਾਣੀ ਨਹੀਂ ਸੀ ਲੈਣ ਦਿੰਦੇ ਅਗਲੇ, ਪਾਣੀ ਤੇ ਕਬਜ਼ਾ ਸੀ ਪੁਜਾਰੀ ਦਾ ਤੇ ਬਿੱਪਰ ਦਾ, ਉਹ ਖੂਹ ਤੇ ਪੀਣ ਨਹੀਂ ਸੀ ਦਿੰਦੇ, ਨਹਾਉਣਾ ਤੇ ਦੂਰ ਦੀ ਗੱਲ। ਸਾਹਿਬ ਨੇ ਐਸਾ ਸਰੋਵਰ ਰਚਤਾ ਵੀ ਲਓ ਇੱਥੇ ਨਹਾਓ ਤੇ ਪੀਓ, ਸਾਫ਼ ਸੁਥਰੇ ਆਪਣੇ, ਕਿਉਂਕਿ ਨਹਾਉਣ ਦੇ ਨਾਲ ਸਰੀਰ ਨੂੰ ਬੜੀ ਆਰਾਮ ਮਿਲਦਾ, ਠੰਡ ਪੈਂਦੀ ਹੈ। ਤੇ ਆਪਾਂ ਸੋਚਿਆ, ਸੋਚ ਤੋਂ ਫਿਰ ਸਾਹਿਬ ਨੇ ਕਿਹਾ ਇਹ ਗੱਲ ਕੱਲੀ ਨਹਾਉਣ ਨਾ, ਬਾਹਰ ਦੇ ਨਹਾਉਣ ਨਾ, ਤੇਰੇ ਮਨ ਦਾ ਮੱਜਨ ਨਹੀਂ ਹੋਣਾ। ਮੱਜਨ ਮਤਲਬ ਨਹਾਉਣਾ, ਹਾਂਜੀ, ਪਵਿੱਤਰਤਾ। ਫਿਰ ਅਗਲੀ ਬਾਣੀ, ਅਗਲੀ ਤੁਕ ਹੈਗੀ ਹੈ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਚੁੱਪੇ ਚੁੱਪ। ਹੁਣ ਉਹ ਕਹਿੰਦੇ ਨੇ ਕਿ ਤੁਸੀਂ ਜ਼ਿਆਦਾ ਗੱਲਾਂ ਨਾ ਕਰੋ, ਚੁੱਪ ਰਹੋ। ਚੁੱਪ ਰਹਿਣ ਨਾਲ ਤੁਹਾਡਾ ਮਨ ਚੁੱਪ ਹੋ ਜਾਏਗਾ, ਮਨ ਤਾਂ ਚੁੱਪ। ਇਹ ਦੇਖੋ ਮੌਜੂਦਾ ਜੋ ਸਮਾਜ ਦੇ ਵਿੱਚ ਚੱਲ ਰਿਹਾ ਉਹਦੇ ਨਾਲ ਕਿੰਨੀ ਜੁੜਦੀ ਹੈ ਗੱਲ, ਹੈ ਨਾ। ਕਿੰਨੀ ਅੱਜ ਦੌੜ ਭੱਜ ਦੀ ਜ਼ਿੰਦਗੀ ਹੈ ਤੇ ਸਾਰੇ ਪਾਸੇ ਕੁਰਲਾਹਟ ਮਚੀ ਹੋਈ ਹੈ। ਇੰਨੀ ਦੌੜ ਹੈ, ਮੈਂ ਭੁੱਖਾ ਨਾ ਰਹਿ ਜਾ, ਮੈਂ ਦੂਜੇ ਤੋਂ ਛੋਟਾ ਨਾ ਰਹਿ ਜਾ, ਮੈਂ ਉਹਦਾ ਮੁਕਾਬਲਾ ਕਿਵੇਂ ਕਰਾਂ। ਤੇ ਆਪਣੇ ਵਿਚਾਰ ਕਹਿਣ ਦੀ ਵੀ ਇੰਨੀ ਹੋੜ ਮਚੀ ਹੋਈ ਹੈ ਵੀ ਮੈਨੂੰ ਸੁਣੇ ਕੋਈ, ਮੈਨੂੰ ਕੋਈ ਨਹੀਂ ਸੁਣਦਾ ਹੈਗਾ। ਮਹਾਰਾਜ ਕਹਿੰਦੇ ਸਾਰੀਆਂ ਗੱਲਾਂ ਹੀ ਨਿਬੇੜ ਦਿੱਤੀਆਂ ਮਹਾਰਾਜ ਨੇ। ਹਾਂ, ਤੇ ਉਹ ਕਹਿੰਦੇ ਸੀ ਕਿ ਚੁੱਪ ਰਹੋ ਜੀ, ਚੁੱਪ ਰਹਿਣ ਨਾਲ એનર્ਜੀ ਵਾਜੂਗੀ। ਆਹੋ ਜੋ ਸਾਹਿਬ ਕਹਿੰਦੇ ਚੁੱਪ ਰਹਿਣ ਨਾਲ, ਮੂੰਹ ਤੋਂ ਨਾ ਬੋਲਣ ਨਾਲ ਤੇਰੇ ਮਨ ਨੇ ਚੁੱਪ ਨਹੀਂ ਹੋਣਾ। ਦੇਖੋ ਮਨ ਦੇ ਸ਼ੋਰ ਕਰਕੇ, ਸ਼ੋਰ ਪਿਆ ਹੋਇਆ, ਜਿਹੜਾ ਮਨ ਦਾ ਸ਼ੋਰ ਹੈ ਨਾ, ਮਨ ਦਾ ਸ਼ੋਰ ਬੰਦੇ ਨੂੰ ਪਾਗਲ ਕਰ ਰਿਹਾ ਹੈ। ਦੇਖੋ ਕਿੰਨੀ ਡਿਪਰੈਸ਼ਨ ਹੈ, ਕਿੰਨੀ ਨੀਂਦ ਦੀ ਪ੍ਰੋਬਲਮ ਹੈ ਇੱਥੇ। ਆ ਵੈਸਟਰਨ ਕੰਟਰੀਜ਼ ਜਿੱਥੇ ਮਾਇਆ ਦਾ ਇੰਨਾ ਜ਼ੋਰ ਹੈ, ਉੱਥੇ ਵੀ ਹੈ। ਹੁਣ ਉੱਥੇ ਵੀ ਨਹੀਂ ਨੀਂਦ ਆਉਂਦੀ, ਨਹੀਂ ਆਉਂਦੀ। ਨੀਂਦ ਕਿਉਂ ਨਹੀਂ ਆ ਰਹੀ? ਕਿਉਂਕਿ ਮਨ ਬੋਲੀ ਜਾ ਰਿਹਾ ਹੈ। ਬਾਹਰੋਂ ਤਾਂ ਚੁੱਪ ਕੀਤਾ, ਹੁਣ ਤੂੰ ਕਿਸੇ ਨਾਲ ਬੋਲ, ਹੁਣ ਕੋਈ ਬੋਲ ਹੀ ਨਹੀਂ ਰਿਹਾ ਕਿਉਂਕਿ ਸਾਰੇ ਫੋਨਾਂ 'ਚ ਵੜੇ ਹੋਏ ਨੇ, ਟੀਵੀ 'ਚ ਵੜੇ ਹੋਏ ਨੇ, ਰੇਡੀਓ ਜਾਂ ਕੰਮ ਤੇ ਵੜੇ ਹੋਏ ਨੇ, ਜਾਂ ਕੰਪਿਊਟਰਾਂ 'ਚ ਵੜੇ। ਆਈ ਮੀਨ ਯੂ ਆਰ ਨੋਟ ਐਕਸਪ੍ਰੈਸਿੰਗ your ideas and emotions with others anymore। ਪਰ ਸਾਹਿਬ ਕਹਿੰਦੇ ਨਹੀਂ, ਜਬ ਤੱਕ ਦੁਨੀਆ ਰਹੀ ਹੈ ਨਾਨਕ, ਕੁਝ ਸੁਣੀਏ ਕੁਝ ਕਹੀਏ। ਉਹ ਤੇ ਗਏ ਨੇ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ 85,000 ਮੀਲ ਦਾ ਸਫ਼ਰ ਤੈਅ ਕੀਤਾ ਹੈ
ਵੇਖੋ ਕਿੱਥੇ ਤਿੱਬਤ, ਹਿਮਾਲਾ, ਸੁਮੇਰ ਉੱਥੇ ਹੈ, ਹਾਂਜੀ। ਹੈਗਾ ਸੁਮੇਰ ਪਰਬਤ। ਹਾਂ ਸੁਮੇਰ ਪਰਬਤ ਤੋਂ ਲੈ ਕੇ ਤੁਰਕੀ ਤੱਕ ਤੇ ਲੱਭ ਗਏ ਪੈੜਾਂ, ਅੱਗੇ ਵੀ ਨੇ। ਹਾਂਜੀ ਤੇ ਸਾਹਿਬ ਨਹੀਂ ਰੁਕੇ, ਸਾਹਿਬ ਨਹੀਂ ਰੁਕੇ। ਕਿਉਂ ਨਹੀਂ ਰੁਕੇ? ਆਪਣੇ ਵਰਗੇ ਗੁਰਮੁਖੀ ਤਾਂ ਲੱਭਣ ਗਏ ਸਨ। ਤੇ ਉਹ ਕਹਿੰਦੇ ਨੇ ਕੀ ਬੋਲੋ, ਪਰ ਜਿਹਦੇ ਨਾਲ ਤੁਹਾਡਾ ਤਨ ਮਨ ਠੰਡਾ ਹੋ ਜਾਏ, ਅਗਲੇ ਦਾ ਵੀ ਹੋ ਜਾਏ। ਤੇ ਚੁੱਪ ਨੂੰ, ਮੋਨੀਆਂ ਨੂੰ ਨਕਾਰਤਾ। ਉਦੋਂ ਮੋਨੀ ਬੜੇ ਰਹਿੰਦੇ ਸੀ, ਜੋਗੀ ਵੀ ਜਾ ਕੇ ਜੰਗਲਾਂ 'ਚ ਵੜ ਗਏ, ਉੱਥੇ ਰਹਿ ਗਏ ਪਹਾੜਾਂ 'ਚ। ਉਹ ਕਹਿੰਦੇ ਠੀਕ ਹੈ ਵੜੀ ਜਾਓ, ਕੁਛ ਨਹੀਂ ਮਿਲੇਗਾ, ਰੁਕ ਜਾਓਗੇ। ਫਿਰ ਅੱਗੇ ਕਹਿੰਦੇ ਚੁੱਪੇ ਚੁੱਪ ਨਾ ਹੋਵੇ ਜਲਾਏ ਰਿਹਾ। ਫਿਰ ਕਹਿੰਦੇ ਭੁੱਖਿਆਂ ਭੁੱਖ, ਹੁਣ ਵਰਤਾਂ ਦੇ ਅੱਜ ਤੱਕ ਚੱਲੀ ਆ ਰਹੇ, ਫਲਾਣਾ ਵਰਤ ਰੱਖ ਲਓ ਤੇ ਆਹ ਹੋ ਜੂ, ਢਿੰਗੜਾ ਰੱਖ ਲਓ ਤੇ ਆਹ ਹੋ ਜੂ। ਉਹਨਾਂ ਨੇ ਨਵੇਂ ਨਵੇਂ ਡਰਾਮੇ ਹਰ ਕੋਈ ਸ਼ੁਰੂ ਕਰ ਲੈਂਦਾ ਹੈ। ਸਾਹਿਬ ਕਹਿੰਦੇ ਸਰੀਰ ਨੂੰ ਭੁੱਖਾ ਮਾਰਨ ਨਾਲ ਤੂੰ ਰੱਬ ਦਾ ਗੁਨੇਗਾਰ ਹੈ, ਰੱਬ ਦਾ ਗੁਨੇਗਾਰ ਹੈ। ਇਹ ਜਿਹੜੀਆਂ ਤੁਸੀਂ ਸਾਰੀਆਂ ਗੱਲਾਂ ਦੱਸ ਰਹੇ ਹੋ, ਬਹੁਤ ਹੀ ਬਾਖੂਬ ਤਰੀਕੇ ਨਾਲ ਦੱਸ ਰਹੇ ਹੋ। ਮੈਨੂੰ ਲੱਗਦਾ ਵੀ ਸਿੱਧੀਆਂ ਮਨ ਦੇ ਵਿੱਚ ਉਤਰ ਰਹੀਆਂ ਨੇ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੈਂ ਵੱਖ-ਵੱਖ ਵਿਦਵਾਨਾਂ ਨੂੰ ਪੜ੍ਹਿਆ ਤੇ ਸੁਣਿਆ। ਖਾਸ ਕਰਕੇ ਮੈਂ ਓਸ਼ੋ ਦੀ ਐਗਜ਼ਾਮਪਲ ਦਿੰਦਾ ਤੁਹਾਨੂੰ। ਓਸ਼ੋ ਨੇ ਜਿਹੜੇ ਅੰਗਰੇਜ਼ੀ ਦੇ ਵਿੱਚ ਭਾਸ਼ਣ ਦਿੱਤੇ ਨੇ ਆਪਣੇ, ਮੈਂ ਬਹੁਤਿਆਂ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਦਾ ਵੱਡਾ ਇੱਕ ਹਿੱਸਾ ਜਿਹੜਾ ਹੈਗਾ ਉਹ ਜਪਜੀ ਸਾਹਿਬ ਦੇ ਵਿੱਚੋਂ ਹੀ ਆ। ਸੋ ਕਹਿਣ ਦਾ ਮਤਲਬ ਉਸਨੇ ਗੁਰਬਾਣੀ ਤੋਂ ਕਾਫੀ ਕੁਝ ਸਿੱਖ ਕੇ ਪੂਰੀ ਦੁਨੀਆ ਨੂੰ ਇੱਕ ਵਾਰ ਆਪਣੇ ਮਗਰ ਲਾ ਲਿਆ ਸੀਗਾ। ਪਰ ਅਸੀਂ ਦੱਸ ਨਹੀਂ ਸਕੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕੀ ਆ ਅਸਲ ਦੇ ਵਿੱਚ, ਜਿਹਨੂੰ ਅਸੀਂ ਗੁਰੂ ਮੰਨਦੇ ਹਾਂ। ਸੋ ਇਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਰੁਕਾਵਟ ਪਈ ਹੋਈ ਹੈ ਜਾਂ ਪਾਈ ਹੋਈ ਹੈ? ਨਹੀਂ, ਅਸੀਂ ਆਪ ਹੀ ਪਾਈ ਹੈ, ਕਿਸੇ ਦਾ ਦੋਸ਼ ਨਹੀਂ ਹੈ। ਉਹ ਤੇ ਉਹ ਜ਼ਮਾਨਾ ਸੀ ਨਾ ਜਦੋਂ ਕਹਿੰਦੇ ਸੀ ਇਹ ਪੁੱਤਰਾ ਇਹ ਕੀ ਕਹਿਰ ਕਮਾਇਆ, ਹੈ ਨਾ, ਜਿਹੜਾ ਗੀਤ ਬਣਿਆ ਸੀ, ਪੱਤਾ ਪੱਤਾ ਸਿੰਘਾਂ ਦਾ ਵੈਰੀ। ਸਿੰਘਾਂ ਦਾ ਵੈਰੀ, ਹਾਂ। ਹੁਣ ਤੇ ਇੱਥੇ ਸਿੰਘਾਂ ਦੇ ਵੈਰੀ ਅੱਜ ਵੀ ਨੇ। ਆਈ ਹੈਵ ਟੂ ਸੇ ਦੈਟ ਵੈਰੀ ਓਪਨਲੀ, ਕਿਉਂਕਿ ਦੇਖੋ ਜਿੰਨੇ ਹਮਲੇ ਹੁੰਦੇ ਆ ਨਾ, ਉਹ ਹਮਲੇ ਹੁੰਦੇ ਆ ਕਿ ਸੱਚੇ ਸੁੱਚੇ ਵਿਚਾਰ ਤੁਸੀਂ ਕਿੱਦਾਂ ਵੰਡ ਰਹੇ ਹੋ। ਨਹੀਂ ਵੰਡਣੇ, ਕਿਉਂਕਿ ਉਹਦੇ ਨਾਲ ਲੋਕ ਜਾਗਰੂਕ ਹੋ ਕੇ ਤਕੜੇ ਹੋ ਜਾਂਦੇ ਆ। ਤੇ ਜਿਹੜੇ ਉੱਤੇ ਰਾਜੇ ਰਾਜ ਕਰਦੇ ਨੇ, ਸਾਡੀ ਸੁਰਤ ਕਾਬੂ ਕੀਤੀ ਹੋਈ ਹੁਣ ਕਾਰਪੋਰੇਟਸ ਨੇ, ਆਪਾਂ ਨੂੰ ਪਤਾ ਹੈ, ਵੈਰੀ ਮਚ ਕਲੀਅਰ। ਰਾਜਿਆਂ ਨੇ ਕਾਬੂ ਕੀਤੀ ਹੋਈ ਹੈ ਸਾਨੂੰ, ਟੀਵੀਆਂ ਦੇ ਥਰੂ, ਇੰਟਰਨੈਟ ਦੇ ਥਰੂ। ਦੇ ਆਰ, ਉਹਨੂੰ ਕਹਿੰਦੇ ਨੇ ਸਬਲਿਮਿਨਲ ਮੈਸੇजेस, ਕੁਝ ਇਦਾਂ ਦਾ ਨਾਂ ਹੈਗਾ ਕਿ ਉਹ ਛੁਪਵੇਂ ਮੈਸੇਜ ਜਾਈ ਜਾ ਰਹੇ ਨਿਆਣਿਆਂ ਨੂੰ। ਉਹਨਾਂ ਦੇ ਵੀਡੀਓ ਬਣਾਏ ਹੋਏ ਨੇ, ਜਿਹੜੀ ਕਾਰਟੂਨਾਂ ਬਣਾਈਆਂ ਹੋਈਆਂ ਨੇ, ਟੂ ਡਾਇਵਰਟ ਯੋਰ ਮਾਈਂਡ ਫਰੋਮ ਦ ਪਾਵਰ ਇਟ ਹੈਜ਼। ਮਨ ਬਹੁਤ ਤਾਕਤਵਰ ਹੈ, ਬਹੁਤ ਲੱਖਾਂ ਹਾਰਸ ਪਾਵਰ ਦੀ ਤਾਕਤ ਹੈ ਮਨੁੱਖੀ ਸਰੀਰ ਦੇ ਵਿੱਚ ਤੇ ਮਨ ਦੇ ਵਿੱਚ। ਸੁਰਤ ਵੀ ਬਹੁਤ ਤਾਕਤਵਰ ਹੈ। ਜਿਹੜਾ ਪੁਜਾਰੀ ਹੁੰਦਾ ਹੈ, ਬਿੱਪਰ, ਕੋਈ ਇਹ ਨਹੀਂ ਕਿ ਇਕੱਲੇ ਅਸੀਂ ਇੱਕ ਨੂੰ ਕਹਿ ਰਹੇ, ਬਿੱਪਰ ਸਾਰੇ ਨੇ ਜਿਹੜੇ ਤੁਹਾਨੂੰ ਤੋੜਦੇ ਨੇ ਉਸ ਤਾਕਤ ਤੋਂ, ਤੇ ਗੁਰੂ ਨਹੀਂ ਤੋੜਦਾ। ਇਸ ਲਈ ਗੁਰੂ ਦੇ ਆਸ਼ਕਾਂ ਨੂੰ ਭੰਨਣ ਤੇ ਲੱਗੇ ਹੋਏ ਨੇ। 550 ਸਾਲ ਦਾ ਵੈਰ ਹੈਗਾ। ਕਿਉਂ? ਹੁਣ ਮੈਨੂੰ ਕਿਆ ਲੈਣ ਦੇਣਾ। ਜਿਸ ਦਿਨ ਪੰਡਿਤ ਹਰਦਿਆਲ ਨੇ ਵੇਖ ਲਿਆ ਸੀ ਕਿ ਇਸ ਬਾਲ ਨਾਨਕ ਨੇ ਜਨੇਊ ਨਹੀਂ ਪਾਇਆ, ਔਰ ਸਾਰਿਆਂ ਦੇ ਵਿੱਚ ਮਹਾਰਾਜ ਨੇ ਉੱਚੀ ਆਵਾਜ਼ 'ਚ ਕਿਹਾ ਸੀ। ਇਹ ਨਹੀਂ ਕਿ ਇਕੱਲੇ ਬਹਿ ਕੇ ਨਹੀਂ ਸੀ ਕਹਿ ਸਕਦੇ, ਉਹ ਕਹਿ ਸਕਦੇ ਸਨ, ਆਪਣੇ ਪਿਓ ਨੂੰ ਵੀ ਕਹਿ ਸਕਦੇ ਸਨ। ਪਰ ਸਤਿਗੁਰ ਤਾਂ ਇਲਾਹੀ ਨੂਰ ਨੇ ਨਾ, ਉਹ ਤੇ ਰੱਬ ਦੀ ਆਮਦ ਨੇ ਦੁਨੀਆ ਦੇ ਅੰਦਰ। ਔਰ ਨਾਨਕ ਇੱਦਾਂ ਦੇ ਨੇ, ਸਾਹਿਬ ਨਾਨਕ, ਕਿ ਉਹ ਆ ਕੇ ਕਦੀ ਗਏ ਹੀ ਨਹੀਂ। ਸਾਰੇ ਰਹਿਬਰ ਚਲੇ ਗਏ, ਪਰ ਗੁਰੂ ਨਾਨਕ ਨਹੀਂ ਗਏ। ਇਹ ਕਿਸੇ ਬਹੁਤ ਵੱਡੇ ਸੂਫੀ ਸ਼ਾਇਰ ਨੇ ਜਦੋਂ ਦਰਬਾਰ ਗਿਆ ਮਹਾਰਾਜ ਗੁਰੂ ਰਾਮਦਾਸ ਦੇ, ਤੇ ਉਹ ਕਹਿੰਦਾ ਅੱਲਾ ਅਗਰ ਤੂੰ ਹੈ ਤਾਂ ਤੂੰ ਯਹੀ ਹੈ, ਯਹੀ ਹੈ, ਯਹੀ ਹੈ, ਜਦੋਂ ਉਹਨਾਂ ਨੇ ਕੀਰਤਨ ਸੁਣਿਆ। ਸੋ ਕਹਿਣ ਦਾ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਜਨੇਊ ਨਹੀਂ ਮਤਲਬ ਪਹਿਲਾਂ ਉਹ ਕੁਝ ਨਹੀਂ ਬੋਲੇ। ਔਰ ਇੱਕ ਚੀਜ਼ ਮੈਂ ਕਲੀਅਰ ਕਰਦਾ, ਹਿਸਟਰੀ ਸਿੱਖੋ ਆਪਣੀ ਪਲੀਜ਼, ਆਪ ਪੜ੍ਹੋ, ਧਿਆਨ ਨਾਲ ਪੜ੍ਹੋ। ਤੁਸੀਂ ਕਿਹਾ ਸੀ ਕੁਰਾਏ ਪਾ ਦਿੱਤੇ ਗਏ, ਪਾਏ ਨਹੀਂ ਗਏ, ਪ੍ਰੈਫਰੈਂਸ ਬਦਲ ਲਈ ਆਪਾਂ। ਅਸੀਂ ਹੀ ਉਹ ਰਾਹ ਛੱਡ ਦਿੱਤਾ, ਅਸੀਂ ਆਪਣੀ ਪ੍ਰੈਫਰੈਂਸ ਹੀ ਬਦਲ ਲਈ ਹੈ। ਗੁਰੂ ਇਜ਼ ਨਾਟ ਆਵਰ ਫਰਸਟ ਪ੍ਰੈਫਰੈਂਸ। ਦੂਜੇ ਨੂੰ ਕੀ ਦੋਸ਼ ਦੇਈਏ, ਹੈ ਨਾ? ਕਿਸੇ ਨੂੰ ਕੀ ਦੋਸ਼ ਦੇਣਾ? ਤੁਹਾਨੂੰ ਕੌਣ ਰੋਕਦਾ ਤੁਸੀਂ ਸਵੇਰੇ ਨਾ ਉੱਠੋ? ਕਿੰਨੇ ਰੋਕਿਆ ਕਿ ਜਪਜੀ ਨਾ ਪੜੋ? ਕਿੰਨੇ ਰੋਕਿਆ ਪੰਜਾਬੀ ਗੁਰਮੁਖੀ ਨਾ ਪੜੋ? ਕਿੰਨੇ ਰੋਕਿਆ ਗੁਰਬਾਣੀ ਨਾ ਗਾਓ? ਕਿੰਨੇ ਰੋਕਿਆ ਗੁਰਦੁਆਰੇ ਨਾ ਜਾਓ? ਕੌਣ ਰੋਕਦਾ ਤੁਹਾਨੂੰ? ਤੁਸੀਂ ਕਿਉਂ ਨਹੀਂ ਜਾ ਰਹੇ? ਤੇ ਤੁਸੀਂ ਉਸ ਚੀਜ਼ ਨੂੰ ਕਿਸ ਵਾਸਤੇ ਕੁਰਬਾਨ ਕਰ ਰਹੇ ਹੋ? ਫਿੱਟੇ ਮੂੰਹ ਗੋਡਿਆਂ ਦਾ ਵਾਲੀ ਗੱਲ ਆ ਗਈ, ਵੀ ਨੱਚਣਾ ਨਾ ਆਵੇ, ਹੈ ਨਾ? ਤੇ ਉਹ ਗੱਲ ਹੈਗੀ ਹੈ ਕਿ, ਔਰ ਇਹ ਵੈਸੇ ਮੈਂ ਇੱਕ ਗੱਲ ਹੋਰ ਸਾਹਿਬ ਤੋਂ, ਮਤਲਬ ਉਹਨਾਂ ਦੇ ਦਰ ਤੇ ਅਰਦਾਸ ਹੈ ਕਿ ਤੇਰੀ ਨਦਰੇ ਕਰਮ ਦੇ ਬਿਨਾ ਕੁਝ ਵੀ ਨਹੀਂ ਹੁੰਦਾ। ਸੋ ਜਿਹੜੀ ਮਾਂ ਨੇ ਬੱਚਾ ਜੰਮਣਾ, ਪਿਓ ਨੇ ਬੱਚਾ, ਪਿਓ ਤੇ ਨਾਲ ਹੀ ਹੁੰਦਾ ਜਦੋਂ ਮਾਂ ਬਾਪ ਦੇ ਘਰੇ ਬੱਚੇ ਨੇ ਜਨਮ ਲੈਣਾ, ਤੇ ਅਰਦਾਸ ਕਰਨ
ਕਿ ਸਾਹਿਬਾ ਮਿਹਰ ਕਰਨਾ, ਕੋਈ ਐਸੀ ਰੂਹ ਭੇਜਣਾ ਜਿਹੜੀ ਤੁਹਾਡੇ ਰੰਗ 'ਚ ਰੰਗੀ ਹੋਵੇ, ਔਰ ਮਿਲੇਗੀ। ਔਰ ਪਹਿਲੇ ਦਿਨ ਤੋਂ ਕਹਿਣਾ ਬੱਚੇ ਨੂੰ, ਜਿਹੜੀਆਂ ਮੇਰੀਆਂ ਜਵਾਨ ਬੇਟੀਆਂ ਤੇ ਬੇਟੇ ਸੁਣ ਰਹੇ ਨੇ, ਜਵਾਨ ਜੋੜੇ ਸੁਣ ਰਹੇ ਨੇ, ਉਹ ਇਹ ਕਹਿਣਾ ਕਿ ਤੂੰ ਸਾਡਾ ਨਹੀਂ, ਤੂੰ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ, ਧੀ ਹੈ, ਗੱਲ ਹੀ ਖਤਮ ਹੈ, ਸਾਡਾ ਨਹੀਂ ਹੈ। ਉਹ ਸੋਚੇਗਾ ਫਿਰ ਤੁਸੀਂ ਕੌਣ ਹੋ, ਕਿ ਅਸੀਂ ਉਹਦੇ ਰਖਵਾਲੇ ਆ, ਉਹਦੀ ਫਸਲ ਦੇ, ਤੂੰ ਉਹਦੀ ਉਮਤ ਹੈ, ਤੂੰ ਉਹਦੀ ਕੌਮ ਹੈ, ਤੂੰ ਉਹਦੀ ਕੌਮ ਦਾ ਵੱਡਾ ਸਿਪਾਹੀ ਹੈ, ਤੇ ਅਸੀਂ ਤੇਰੀ ਰਖਵਾਲੀ ਕਰਨੀ। ਹੁਣ ਰਖਵਾਲੀ ਕਰਨ ਵਾਲੇ ਵੀ ਇਹ ਸੋਚਣਾ ਪਏਗਾ, ਮੈਂ ਤਾਂ ਸ਼ਰਾਬ ਨਹੀਂ ਪੀ ਸਕਦਾ, ਮੈਂ ਤਾਂ ਇੱਥੇ ਨਸ਼ੇ ਨਹੀਂ ਲਿਆ ਸਕਦਾ, ਮੈਂ ਤਾਂ ਟੀਵੀਆਂ ਦੇ, ਟੀਵੀ ਨਹੀਂ ਕਿ ਟੀਵੀ ਨਾ, ਟੀਵੀ ਦਾ ਦੋਸ਼ ਨਹੀਂ ਹੈ, ਪਰ ਟੀਵੀ 'ਚ ਕੀ ਵੇਖ ਰਹੇ ਆ, ਉਹ ਹੈ ਦੇਖਣਾ। ਸੋਰਸ ਆਫ ਇਨਫੋਰਮੇਸ਼ਨ ਕੀ ਹੈ, ਸੋਰਸ ਆਫ ਇਨਫੋਰਮੇਸ਼ਨ ਕੀ ਹੈ। ਤੁਸੀਂ ਬੱਚੇ ਨੂੰ, ਇੱਕ ਤਾਂ ਤੁਸੀਂ ਉਹਨੂੰ ਅੱਛਾ ਖਾਣਾ ਖਵਾਓ, ਉਹਦੀ ਸਿਹਤ ਲਈ ਠੀਕ ਹੈ, ਪਰ ਉਹਦੇ ਦਿਮਾਗ ਨੂੰ ਕੀ ਦੇ ਰਹੇ ਹੋ। ਬੱਚੇ ਨੇ ਕੁਛ ਨਹੀਂ ਸਮਝਣਾ, ਨਿੱਕੇ ਨੇ, ਉਹ ਸਿਰਫ ਮਾਡਲ ਕਰਦਾ ਹੈ, ਕਾਪੀ ਕਰਦਾ ਹੈ ਤੁਹਾਨੂੰ। ਉਹਨੂੰ ਕਹਿੰਦੇ ਬੱਚਾ ਤੁਹਾਡਾ ਵੀਡੀਓ ਕੈਮਰਾ ਹੈ, ਮਾਂ ਪਿਓ ਕੀ ਕਰ ਰਹੇ ਨੇ, ਉਹ ਕਿਸ ਤਰ੍ਹਾਂ ਬੋਲ ਰਹੇ ਨੇ, ਉਹ ਕਿੱਦਾਂ ਇੱਕ ਦੂਜੇ ਨੂੰ ਦੇਖਦੇ ਨੇ, ਉਹ ਕਿੱਦਾਂ ਵੱਡਿਆਂ ਦੇ ਨਾਲ ਉਹਨਾਂ ਦਾ ਸਲੂਕ ਕੀ ਹੈ, ਉਹ ਸਿਰਫ ਕਾਪੀ ਕਰ ਕਰਕੇ ਰਿਕਾਰਡ ਕਰੇਗਾ। ਯੂ ਕੈਨ ਟੈਲ ਦ ਚਾਈਲਡ ਮਿਲੀਅਨ ਟਾਈਮਸ, ਉਹਨੂੰ ਤਾਂ ਨਹੀਂ ਯਾਦ ਰਹਿਣਾ, ਉਹਦਾ ਛੋਟਾ ਦਿਮਾਗ ਹੈ। ਉਹ ਕਹਿੰਦੇ ਯੂ ਟੀਚ ਮੀ I forget, ਬੱਚਾ ਕਹਿੰਦਾ you teach me I forget, you model it I will copy it। ਇਹ ਤੇ ਮਹਾਰਾਜ ਨੇ ਸਾਨੂੰ ਮਾਡਲ ਕਰਵਾਇਆ ਹੈ, ਗੁਰੂ ਨਾਨਕ ਨੇ ਸਾਨੂੰ ਟੀਚ ਨਹੀਂ ਕੀਤਾ, ਮਾਡਲ ਦਿੱਤਾ ਹੈ, ਮਾਡਲ ਆਪ ਕਰਕੇ ਦੱਸੋ, ਆਪ ਹਰ ਚੀਜ਼। ਔਰ ਸਾਹਿਬ ਨੇ ਤਾਂ ਹੀ ਉਹ ਲਿਖਿਆ कि पंडित मुल्ला जो लिख दिया छाड़ चले हम कछु ना लिया, कुछ भी नहीं लिया, ना पंडित तो, ना मुलाणिया तो, ना किसी होर तो, अपना है। एक ओंकार भी साहब दा अपना है ना, मंगलाचरण भी अपना है। हुण ਉਹ ਜਿੰਨੇ ਰਿਚੁਅਲ ਚੱਲੇ ਆ ਰਹੇ ਨੇ, ਛੱਡਤੇ ਸਾਹਿਬ ਨੇ ਕਿ ਨਾ ਰਹੋ ਭੁੱਖੇ, ਨਾ ਰਹੋ ਚੁੱਪ, ਨਾ ਰਹੋ ਵਰਤਾਂ ਵਾਲੇ, ਪਵਿੱਤਰਤਾ। ਕਿਹੜੀ ਪਵਿੱਤਰਤਾ ਤੁਹਾਨੂੰ ਚਾਹੀਦੀ, ਉਹ ਲਓ। ਤੇ ਅਗਲਾ ਉਹਨਾਂ ਨੇ ਆਪੇ ਹੀ ਸਾਡਾ ਸਵਾਲ ਕਹਿ ਦਿੱਤਾ। ਫਿਰ ਕਹਿੰਦੇ ਹਾਂ ਹੁਣ ਸਿਆਣੇ ਬਣੇ ਹੋਏ ਨੇ, ਆ ਹੁਣ ਸਿਆਣਪ ਦਾ ਯੁੱਗ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੜੇ ਸਿਆਣੇ ਮਿਲੇ। ਅੱਜ ਕੱਲ ਵੀ ਸਿਆਣਪ ਦਾ ਦੌਰ ਹੈ ਕਿ ਸਾਡੇ ਤੋਂ ਸਿਆਣਾ ਕੋਈ ਨਹੀਂ, ਸਾਡੇ ਕੋਲ ਤਾਂ ਜੀ ਆਹ ਇਨਫੋਰਮੇਸ਼ਨ ਹੈ, ਕੋ ਤੂੰ ਕਿੱਥੋਂ ਲਈ ਵੀ, ਕਹੂਗਾ ਵੀ ਆਹ ਦੇਖੋ ਆਹ ਚੀਜ਼ ਹੈਗੀ, ਉਹ ਨਾਲ ਦੀ ਨਾਲ ਕੱਢ ਕੇ ਦਿਖਾ ਦਿੰਦੇ। ਇੱਕ ਹੋਰ ਚੀਜ਼ ਕਹਿੰਦੇ ਨੇ, ਆਪਣਾ ਆਪਣਾ ਵਿਚਾਰ। ਸਿੱਖਾਂ ਦਾ ਕੋਈ ਆਪਣਾ ਵਿਚਾਰ ਨਹੀਂ ਹੈ, ਉਹ ਗੁਰੂ ਦਾ ਵਿਚਾਰ ਹੈ, ਜਿਹੜਾ ਹੋਇਆ ਹੀ ਸਿੱਖ। ਹੁਣ ਸਿੱਖ ਬਣੇਗਾ ਕਿੱਦਾਂ? ਸਿੱਖ ਉਹ ਹੈ ਜਿਨੇ ਗੁਰੂ ਵੇਚਿਆ, ਸਿੱਖ ਆਪਣਾ ਸਿਰ ਵੇਚਿਆ ਗੁਰੂ ਦੇ ਅੱਗੇ। ਸਿਰ ਵੇਚਣਾ ਹੁੰਦਾ ਹੈ ਜਦੋਂ ਅਸੀਂ ਟੇਕਦੇ ਆ ਨਾ ਮੱਥਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਮਨ ਵੇਚਿਆ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਉਦੋਂ ਹੈਗਾ ਵੀ ਮੇਰਾ ਸਿਰ ਜਿਹੜਾ ਹੈਗਾ ਇਹ ਤੇ ਮੇਰਾ ਨਾ ਰਵੇ, ਤੇਰਾ ਬਣ ਜਾਏ। ਵੈਨ ਵੀ ਪ੍ਰੇ ਲਾਈਕ ਦੈਟ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾਈਏ, ਅਸੀਂ ਕਹੀਏ ਸਾਹਿਬ ਇੱਥੇ 10 ਪਾਤਸ਼ਾਹੀਆਂ ਬੈਠੀਆਂ ਨੇ, ਭਗਤ ਬੈਠੇ ਨੇ, ਭੱਟ ਸਾਹਿਬਾਨ ਬੈਠੇ ਨੇ, ਇੱਥੇ 35 ਜਣੇ ਬੈਠੇ ਨੇ, ਐਂਡ ਦੇ ਆਰ ਦੇਅਰ। ਕਿਉਂਕਿ ਸ਼ਬਦਾਂ ਚੋਂ ਹੀ ਕਿਸੇ ਦੀ ਪਛਾਣ ਹੁੰਦੀ ਹੈ। ਅਸੀਂ ਕਿੱਡਾ ਸੋਹਣਾ ਬੰਦਾ ਵੇਖਦੇ ਹਾਂ, ਕੋਈ ਕਿੱਡੀ ਸੋਹਣੀ ਕੋਈ ਔਰਤ ਵੇਖਦੇ ਆ, ਉਹਦਾ ਬੋਲਦਾ ਜਦੋਂ, ਜੇ ਤੇ ਉਹ ਬਹੁਤ ਹੀ ਮਾੜੀ ਸੋਚ, ਕਹਿੰਦੇ ਹਾਏ ਹਾਏ ਇਹਦੇ ਬਾਰੇ ਕੀ ਸੋਚਿਆ ਸੀ ਤੇ ਕੀ ਨਿਕਲਿਆ। ਬੋਲਣ ਤੱਕ ਦੀ ਤਮੀਜ਼ ਨਹੀਂ ਹੈ, ਬਾਕੀ ਤਾਂ ਗੱਲਾਂ ਛੱਡ, ਮੁਖ ਤੋਂ ਪਤਾ ਲੱਗ ਜਾਂਦਾ, ਸ਼ਬਦ ਉਚਾਰਨ ਤੋਂ। ਉਹ ਕਹਿੰਦੇ the man is known by his dress and address। ਦੇਖੋ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦਾ ਕਮਾਲ, ਡਰੈਸ ਐਂਡ ਐਡਰੈਸ, ਦੋਵੇਂ ਚੀਜ਼ਾਂ ਦਿੱਤੀਆਂ ਸਾਨੂੰ। ਹਰ ਚੀਜ਼ ਮੁਕੰਮਲ ਹੈ, ਮੁਕੰਮਲ। ਤੁਸੀਂ ਹੈਰਾਨ ਹੋ ਜਾਓਗੇ। ਮੈਂ ਜਿੱਥੇ ਪੜ੍ਹਾਉਣ ਜਾਂਦੀ ਹਾਂ, ਕੋਈ ਬ੍ਰੈਗਿੰਗ ਨਹੀਂ ਹੈ, ਨਾ ਕੋਈ ਸ਼ੇਖੀ ਹੈ, ਇਹ ਸਾਹਿਬ ਦੀ ਨਜ਼ਰੇ ਕਰਮ ਹੈ। ਮੇਰੇ ਸਕੂਲ ਦੇ ਵਿੱਚ, ਸਾਡੇ ਡਿਸਟ੍ਰਿਕਟ ਦੇ ਵਿੱਚ ਕੋਈ ਸਿੱਖ ਬੱਚਾ, ਪੰਜਾਬੀ ਬੱਚਾ ਨਹੀਂ ਹੈ। ਸਿਰਫ ਅਫਰੀਕਨ ਅਮਰੀਕਨਸ ਨੇ ਤੇ ਵਾਈਟ ਅਮਰੀਕਨਸ ਨੇ ਤੇ ਹਿਸਪੈਨਿਕਸ ਨੇ, ਤੇ ਕੋਈ ਟੀਚਰ ਵੀ ਹੋਰ ਸਿੱਖ ਟੀਚਰ ਨਹੀਂ ਹੈ। ਤੇ ਮੈਨੂੰ ਕਦੇ ਵੀ ਨਹੀਂ ਦੱਸਣਾ ਪਿਆ ਕਿ ਮੈਂ ਸਿੱਖ ਹਾਂ। ਉਹਨਾਂ ਨੂੰ ਪੁੱਛਣਾ ਪੈਂਦਾ ਹੈ। ਉਹ ਮੈਂ ਇੱਦਾਂ ਜਾਂਦੀ ਹਾਂ ਸਕੂਲ, ਇੱਦਾਂ ਵੀ ਚਲੀ ਜਾਂਦੀ ਹਾਂ, ਤੇ ਗੋਰੇ, ਮੈਨੂੰ ਗੋਰੀ ਟੀਚਰ ਹੈ ਮੇਰੇ ਨਾਲ ਹਜੇ ਵੀ ਕੰਮ ਕਰਦੇ, ਮਿਸਿਸ ਰੈਬਲ, ਉਹਦਾ ਨਾਂ ਡਿਆਨਾ ਰੈਬਲ। ਓ ਯੂ ਸਟਿਲ ਅਗੇਨ ਯੂ ਆਰ ਲੁਕਿੰਗ ਲਾਈਕ ਅ ਕੁਈਨ, ਸ਼ੀ ਡਰੈਸਿਸ ਅਪ ਲਾਈਕ ਅ ਕੁਈਨ। ਮੇਰੇ ਅਫਰੀਕਨ ਫਰੈਂਡਸ ਮਿਲਣਗੇ, ਓ ਸ਼ੀ ਲੁਕਸ ਲਾਈਕ ਐਨ ਅਫਰੀਕਨ ਕੁਈਨ। ਤੇ ਸਾਡੇ ਮਤਲਬ ਮਾਫ ਕਰਨਾ ਸਰ ਗਿਆ। ਉਹ ਪਤਾ ਕੀ ਕਹਿਣਗੇ, ਲੈ ਹੁਣ ਆ ਨਵਾਂ ਹੀ ਕੰਮ ਕਰ ਲਿਆ, ਆ ਦਸਤਾਰ ਬੰਨੀ ਤੁਰੀ ਫਿਰਦੀ, ਆ ਕਿਉਂ ਜੀ, ਇਹ ਤੇ ਬੰਦਿਆਂ ਦਾ ਕੰਮ ਸੀਗਾ ਹੈ, ਤੇ ਅਸੀਂ ਤੇ ਨਹੀਂ ਕਦੀ ਵੇਖਿਆ।
ਸਾਡੇ ਟੱਬਰਾਂ 'ਚ ਤੇ ਕੋਈ ਐ ਨਹੀਂ ਹੈ, ਮਤਲਬ ਯੂ ਡੋਂਟ ਨੋ ਹੂ ਯੂ ਆਰ, ਹੂਜ਼ ਫਾਲਟ ਇਜ਼ दैट। ਗੁਰੂ ਨੇ ਜਿਹੜਾ ਇਹ ਸਾਰਾ ਬ੍ਰਹਮ ਗਿਆਨ ਹੈ, ਉਹ ਕਹਿੰਦੇ ਨਾ ਲੋਗ ਕਹੇ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ। ਤੇ ਬ੍ਰਹਮ ਵਿਚਾਰ ਰੂਹ ਲਈ ਹੁੰਦਾ ਹੈ, ਮਨ ਲਈ ਹੁੰਦਾ ਹੈ। ਮਨ ਦਾ ਕੋਈ ਜੈਂਡਰ ਨਹੀਂ ਹੈ, ਮਨ ਨਾ ਮੇਲ ਹੈ ਨਾ ਫੀਮੇਲ ਹੈ। ਇਹਦੇ ਬੋਡੀ ਹੈ, ਬੋਡੀ ਚਾਹੀਦੀ ਹੈ, ਬੋਡੀ ਮੇਲ ਦੀ ਵੀ ਅਤੀ ਸੁੰਦਰ ਹੈ ਔਰ ਬੀਬੀ ਦੀ ਵੀ ਅਤੀ ਸੁੰਦਰ ਹੈ, ਖੂਬਸੂਰਤ ਹੈ, ਕੰਪਲੀਟ ਹੈ ਔਰ ਬਹੁਤ ਸੋਹਣੀ ਹੈ, ਕਮਾਲ ਹੈ। ਪਰ ਉਸ ਦੇ ਅੰਦਰ ਜਿਹੜਾ ਮਨ ਹੈ, ਵਿਚਾਰਾਂ ਦਾ ਸਮੂਹ, ਉਹਦਾ ਇਟ ਡਸ ਮੈਟਰ। ਉਹ ਕਿਵੇਂ ਦਾ, ਕੀ ਸੋਚਦਾ ਹੈ, ਉਹ ਕੀ, ਨਾਲੇ ਉਹਦਾ ਜੈਂਡਰ ਨਹੀਂ ਨਾ, ਉਹ ਲਿੰਗ ਹੈ ਹੀ ਨਹੀਂ। ਰੂਹ ਤੇ ਆਤਮਾ ਹੀ ਹੈ ਨਾ। ਤੇ ਸਾਰੀ ਬਾਣੀ ਸਰੀਰ ਲਈ ਥੋੜੀ ਹੈ, ਮਨ ਲਈ ਹੈ ਤੇ ਸੁਰਤ ਲਈ ਹੈ। ਫਿਰ ਉੱਥੇ ਜੈਂਡਰ ਕਦੋਂ ਰਹਿ ਗਿਆ? ਹੁਣ ਇਹ ਬੜੀ ਵੱਡੀ ਗੱਲ ਕੀਤੀ ਹੈ ਤੁਸੀਂ। ਸਾਰੀ ਬਾਣੀ ਜਿਹੜੀ ਹੈ ਉਹ ਸਰੀਰ ਲਈ ਨਹੀਂ ਹੈ। ਇਹ ਸਾਡੇ ਦਰਸ਼ਕਾਂ ਨੂੰ ਵੀ ਇਹ ਗੱਲ ਬਾਖੂਬ ਪਹਿਲੀ ਵਾਰ ਪਤਾ ਲੱਗੀ ਹੋਊਗੀ ਕਈਆਂ ਨੂੰ। ਮਨ ਮਸਤਕ ਦੇ ਲਈ ਆ, ਆਤਮਾ ਲਈ ਆ, ਸਾਡੀ ਰੂਹ ਦੀ ਖੁਰਾਕ ਹੈ। ਦੇਖੋ ਮਹਾਰਾਜ ਨੇ ਇਸ ਸਰੀਰ ਨੂੰ ਘੋੜੀ ਕਿਹਾ ਹੈ। ਦੇ ਤੇਜਣ ਜੀ ਰਾਮ ਉਪਾਈਆ ਰਾਮ। ਅੱਜ ਅਸੀਂ ਗੱਡੀਆਂ ਚੜ੍ਹਦੇ ਆ ਨਾ, ਕਾਰਾਂ ਵੇਖੋ ਵੰਨ ਸੁਵੰਨੀਆਂ, ਸਾਡੇ ਘਰ ਵੀ ਬਹੁਤ ਸੋਹਣੀਆਂ ਨੇ, ਤੁਹਾਡੇ ਘਰ ਵੀ। ਹਰ ਇੱਕ ਮੈਨੂੰ ਬੜੀ ਆਪਣੀ ਕੌਮ ਤੇ ਮਾਣ ਹੈ ਕਿ ਬੜੇ ਮਿਹਨਤੀ ਨੇ, ਉਹ ਜਿੱਥੇ ਜਾਂਦੇ ਨੇ ਸਰਦਾਰਾਂ ਵਾਂਗੂ ਜਿਉਂਦੇ, ਬਹੁਤ ਮਿਹਨਤ ਕਰਦੇ, ਸੋਹਣੇ ਖਾਂਦੇ, ਸੋਹਣਾ ਪਾਉਂਦੇ। ਪਰ ਮੈਂ ਕਹਾਂਗੀ ਆਪਣੀ ਸੁਰਤ ਵੀ ਸੋਹਣੀ ਕੱਢ ਲਓ, ਗੁਰੂ ਨੂੰ ਨਾਲ ਵਸਾ ਲਓ। ਡਰਾਈਵਰ ਹੈ ਤੁਹਾਡਾ ਮਨ, ਜਿੱਦਾਂ ਗੱਡੀ ਦਾ ਡਰਾਈਵਰ ਮੈਟਰ ਕਰਦਾ, ਗੱਡੀ ਚਲਾਉਣ ਵਾਲਾ ਬੰਦਾ ਉਹਨੂੰ ਕਿੱਦਾਂ ਸਾਂਭ ਕੇ ਚਲਾ ਰਿਹਾ ਹੈ, ਰਾਈਟ? ਹੁਣ ਮਰਸੀਡੀਜ਼ ਹੋਵੇ ਤੁਹਾਡੇ ਥੱਲੇ, ਟੈਸਲਾ ਹੋਵੇ, ਰੋਲਸ ਰॉयस ਹੋਵੇ, ਜੇ ਨਿੱਕਾ ਨਿਆਣਾ ਅਨਾੜੀ ਬਣਾਤਾ ਉਹਨੇ ਤਾਂ ਉੱਥੇ ਜਾ ਕੇ ਭੰਨ ਦੇਣੀ ਕਰੋੜਾਂ ਦੀ ਗੱਡੀ, ਰਾਈਟ? ਇਹ ਸਰੀਰ ਵੀ ਇਦਾਂ ਹੀ ਭੱਜ ਜਾਂਦਾ, ਸਰੀਰ ਵੀ ਇਦਾਂ ਹੀ। ਹਾਂ, ਜੇ ਤੁਹਾਡਾ ਡਰਾਈਵਰ ਜਿਹੜਾ ਕੁਕਰਮਾਂ ਦੇ ਵਿੱਚ ਪੈ ਜਾਵਾਂਗੇ ਤਾਂ ਨੈਚੁਰਲੀ ਵੀ ਮਾੜੇ ਡਰਾਈਵਰ ਹੈ ਫਿਰ ਅਸੀਂ। ਨਹੀਂ, ਮਨ ਜਿਹੜਾ ਮਨ ਹੈ ਨਾ, ਉਹ ਬੱਚੇ ਵਾਂਗੂ, ਉਹ ਕਹਿੰਦੇ ਕੁਦਮ ਕਰੇ। ਹੁਣੇ ਸ਼ਬਦ ਮੈਂ ਸ੍ਰੀ ਰਾਗ ਦਾ ਪੜ੍ਹ ਰਹੀ ਸੀ, ਕਹਿੰਦੇ ਤੂੰ ਏਦਾਂ ਬੰਦਾ ਹੋ ਕੇ, ਕਹਿੰਦੇ ਸਰਬ ਜੋਨ ਮੇ ਤੇਰੀ ਸਿਕਦਾਰੀ, ਸਰਬ ਜੋਨ ਤੇਰੀ ਪਾਣੀ ਹਾਰੀ। ਤੂੰ ਤੇ ਸਭ ਦਾ ਸਰਤਾਜ ਬਣਾਇਆ ਸਾਂ, ਤੈਨੂੰ ਤੇਰੇ ਅੰਡਰ ਸੀ ਸਾਰਾ ਕੁਝ। ਤੂੰ ਕਿੱਦਾਂ ਪਸ਼ੂਆਂ ਦੇ ਵਾਂਗੂ ਇੱਥੇ ਕੁਦਮ ਕਰਦਾ ਫਿਰਦਾ, ਲੋਕਾਂ ਦੀਆਂ ਹਰੀਆਂ ਫਸਲਾਂ ਜਾ ਕੇ ਖਾਂਦਾ ਫਿਰਦਾ, ਵਾਏ? ਤੇ ਮਨ ਨੂੰ ਵੇਖਣਾ, ਮੇਰਾ ਮਨ ਬੱਚਿਆਂ ਵਾਂਗੂ ਹਰਕਤਾਂ ਤੇ ਨਹੀਂ ਕਰਦਾ। ਹੁਣ ਜੇ ਬੱਚਿਆਂ ਵਰਗੀਆਂ ਹਰਕਤਾਂ ਇਹ 50 ਸਾਲ ਤੇ ਵੀ ਕਰ ਰਿਹਾ ਹੈ ਜਾਂ 40 ਸਾਲ ਤੇ ਵੀ ਕਰ ਰਿਹਾ, ਬੱਚਾ ਬਣ ਕੇ ਭੰਨੇਗਾ ਨਾ। ਤਾਈਓ ਸ਼ਰਾਬਾਂ 'ਚ ਮਰ ਰਹੇ, ਨਾਲੀਆਂ 'ਚ ਡੁੱਬ ਰਹੇ ਨੇ, ਟੀਕੇ ਲਾ ਰਹੇ ਨੇ, ਚਿੱਟਾ ਪੀ ਰਹੇ ਨੇ। ਕੀ ਹੋ ਗਿਆ ਤੁਹਾਨੂੰ? ਕੀ ਤੁਸੀਂ ਗੁਰੂ ਦੀ ਉਮਤ ਹੋ ਕੇ ਕੀ ਕਰ ਰਹੇ ਹੋ? ਬੀਬੀਓ ਤੁਸੀਂ ਕੀ ਕੱਪੜੇ ਲਾ ਲਾ ਕੇ ਘੁੰਮ ਰਹੀਆਂ ਹੋ ਬਾਜ਼ਾਰਾਂ 'ਚ? ਵਾਹ, ਤੁਹਾਡਾ ਸਰੀਰ ਜਿਹੜਾ ਹੈ ਇਹ ਕੀਮਤੀ ਰਤਨ ਹੈ, ਇਹ ਸਭ ਤੋਂ ਕੀਮਤੀ ਚੀਜ਼ ਹੈ। ਇਹਨੂੰ ਮਹਾਰਾਜ ਨੇ ਸ਼ਿੰਗਾਰਨ ਦਾ ਇੱਕ ਤਰੀਕਾ ਦੱਸਿਆ ਹੈ। ਆੜਾ ਤੁਸੀਂ ਦੇਖ ਰਹੇ ਹੋ। ਹੁਣ ਆ ਰੂਪ ਦੇਖ ਕੇ ਮਰਦ ਦੇ ਦਿਲ ਦੇ ਵਿੱਚ ਵੀ ਮਾੜੇ ਖਿਆਲ ਨਹੀਂ ਆਉਂਦੇ, ਇੱਜ਼ਤ ਹੁੰਦੀ ਹੈ, ਇੱਜ਼ਤ। ਹੁਣ ਅਸੀਂ ਗੱਲ ਕੀਤੀ ਸੀਗੀ ਕਿ ਸਾਰੀ ਬਾਣੀ ਤੁਹਾਡੇ ਮਨ ਸੁਰਤ ਲਈ ਹੈ। ਹੁਣ ਸਾਹਿਬ ਨੇ ਕਿਹਾ ਮੇਰਾ ਸਿੱਖ ਸੋਵਰਨ ਹੈ, ਪ੍ਰਿੰਸ। ਖਾਲਸਾ ਦਾ ਮਤਲਬ ਹੁੰਦਾ ਸੋਵਰਨ ਕਿੰਗ ਔਰ ਸੋਵਰਨ ਪ੍ਰਿੰਸ। ਕੌਰ ਦਾ ਮਤਲਬ ਸੋਵਰਨ ਪ੍ਰਿੰਸੈਸ। ਹੁਣ ਸਿੰਘਾਂ ਦੇ ਨਾਲ ਤੇ ਕੌਰਾਂ ਹੀ ਰਹਿਣਗੀਆਂ, ਜਚਣਗੀਆਂ ਨਾ। ਹੁਣ ਉਹਨੇ ਤੇ ਪੂਰਾ ਦਾੜਾ ਪ੍ਰਕਾਸ਼ ਹੋਵੇ ਮਹਾਰਾਜ ਦਾ ਦਿੱਤਾ ਹੋਇਆ, ਉਹਦੇ ਸਿਰ ਤੇ ਸੋਹਣੀ ਦਸਤਾਰ ਹੋਵੇ, ਉਹਦੇ ਨਾਲ ਤੁਸੀਂ ਵਾਲ ਖਿਲਾਰ ਕੇ ਤੁਰ ਰਹੀਆਂ ਹੋ, ਫਿਰ ਕਿਹੜਾ ਮੈਚ ਬਣਿਆ? ਜਾਂ ਆਪਾਂ ਵਾਪਸ ਆਉਣੇ। ਵੈਰੀ ਗੁੱਡ। ਇਹ ਅੱਗੇ ਜਿਹੜੀ ਜੀਵਨ ਜਾਂਚ ਦੱਸੀ ਹੈ ਗੁਰਬਾਣੀ 'ਚ ਆਪਾਂ ਗੱਲਬਾਤ ਕਰਾਂਗੇ। ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਦੱਸਿਆ। ਫਿਜ਼ਿਕਸ ਤੋਂ ਮੈਟਾਫਿਜ਼ਿਕਸ ਦਾ ਜਿਹੜਾ ਸਫ਼ਰ ਹੈ ਗੁਰਬਾਣੀ 'ਚ ਹੈ, ਜਪਜੀ ਸਾਹਿਬ 'ਚ ਖਾਸ ਕਰਕੇ। ਫਿਜ਼ਿਕਸ ਜਿਹੜੀ ਖੰਡਾਂ ਬ੍ਰਹਿਮੰਡਾਂ ਦੀ ਗੱਲ ਆ, ਲੱਖ ਆਗਾਸਾਂ ਆਗਾਸ, ਲੱਖ ਪਾਤਾਲਾਂ ਪਾਤਾਲ, ਉਹ ਜਿਹੜਾ ਸਫ਼ਰ ਹੈ ਜਪਜੀ ਸਾਹਿਬ ਦੇ ਵਿੱਚ, ਉਹਨੂੰ ਤੁਸੀਂ ਕਿਵੇਂ ਅੱਗੇ ਦੇਖੋ ਜਿਹੜੀ ਉਹਨੂੰ ਪਰਿਭਾਸ਼ਿਤ ਕਰਦੇ ਹੋ? ਹਾਂਜੀ, ਜਿਹੜੀਆਂ ਪੌੜੀਆਂ ਨੇ ਨਾ, ਜਿੱਦਾਂ ਪਹਿਲੀ ਪੌੜੀ ਤੋਂ ਫਿਰ ਮਹਾਰਾਜ ਹੁਕਮ ਦੀ ਪੌੜੀ ਤੇ ਚਲੇ ਗਏ। ਪਹਿਲਾਂ ਉਹਨਾਂ ਨੇ ਦੱਸਿਆ ਕਿਵ ਸੱਚ, ਮੈਂ ਕਿੱਦਾਂ ਸੱਚਾ ਸੁਚਾਂ ਸੀ, ਫਿਰ ਉਹਦੇ ਡਿਟੇਲਸ ਚਲੇ ਗਏ। ਬਟ ਦੈਟਸ ਆਲਸੋ ਰਿਕੁਆਇਰਡ, ਕਿਉਂਕਿ ਫਿਰ ਟੂ ਮਚ ਕਈ ਵਾਰੀ ਤੁਸੀਂ ਡੀਪ ਅਗਰ ਜ਼ਿਆਦਾ ਸਿਰਫ ਗੱਲਾਂ ਵਿਚਾਰਾਂ ਦੇਵਾਂਗੇ, ਫਿਰ ਥੋੜੀ ਸੁਰਤ ਉਟਕ ਜਾਂਦੀ ਹੈ। ਤੇ ਅਸੀਂ ਨਾਲ ਅੱਜ ਦੇ ਐਗਜ਼ਾਮਪਲ ਵੀ ਲੈ ਕੇ ਚੱਲਦੇ ਹਾਂ। ਹੁਣ ਪਹਿਲੀ ਪੌੜੀ 'ਚ ਮਹਾਰਾਜ ਨੇ ਜਿੰਨਾ ਇਹਨਾਂ ਸਾਰੇ ਕਰਮ ਕਾਂਡਾਂ ਨੂੰ ਨਖਿੱਧ ਜਾਣਿਆ। ਅੱਗੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਸੱਚਾ ਸੁੱਚਾ ਹੋਵਾਂ ਹੀ ਕਿਵੇਂ, ਹਨਾ? ਇੱਕ ਕੁਐਸਚਨ ਹੈ, ਕਿਵ ਸੁਚਾਰਾਂ ਹੋਈਏ ਕਿਵ ਕੂੜੇ ਟੁੱਟੇ ਪਲ। ਜਦੋਂ ਤੁਸੀਂ ਪਾਠ ਕਰੋ, ਬਾਣੀ ਗਾਓ, ਤੇ ਇਹਨੂੰ ਕੁਐਸਚਨ ਦੀ ਤਰ੍ਹਾਂ ਲਓ
ਰੂਹ ਸਵਾਲ ਕਰਦੀ ਹੈ ਤੇ ਗੁਰੂ ਜਵਾਬ ਦਿੰਦਾ। ਗੁਰੂ ਜਵਾਬ ਦਿੰਦਾ ਪਰ ਗੁਰੂ ਕਿੱਡੇ ਸਿਆਣੇ ਨੇ, ਉਹਨਾਂ ਨੂੰ ਨਹੀਂ ਇਹਨਾਂ ਸਵਾਲਾਂ ਦੀ ਲੋੜ, ਪਰ ਉਹ ਸਾਡੇ ਕਿਉਂਕਿ ਐਡੇ ਪਿਆਰੇ ਟੀਚਰ ਨੇ, ਫਿਰ ਉਹ ਖੁਦ ਹੀ ਤੋਂ ਜਿਹੜਾ ਸਿੱਖਣ ਵਾਲਾ ਸਿੱਖ ਹੈ ਉਹਦਾ ਸਵਾਲ ਲੈ ਕੇ ਆਪੇ ਜਵਾਬ ਦਿੰਦੇ। ਗੁਰਬਾਣੀ ਦੀ ਬਹੁਤ ਬਿਊਟੀ ਹੈ ਇਹ ਕਿ ਗੁਰਬਾਣੀ ਤੁਹਾਨੂੰ ਕਦੇ ਵੀ ਓਪਨ ਐਂਡਡ ਕੁਐਸਚਨ ਤੇ ਨਹੀਂ ਛੱਡਦੀ ਵੀ ਲੈ ਹੁਣ ਆ ਲਿਖਤਾ ਹੁਣ ਆਪੇ ਸੋਚੀ ਜਾ ਨਾ, ਬਿਲਕੁਲ ਮੇਰਾ ਕੰਮ ਖਤਮ ਹੈ ਨਾ। ਉਹਦਾ ਅੱਗੇ ਤੋੜ ਹੈਗਾ। ਹੁਣ ਇੱਥੇ ਪਹਿਲੀ ਪੌੜੀ ਜਦੋਂ ਅਸੀਂ ਕੀਤੀ ਹੈ, ਉਹਦਾ ਕੁਐਸਚਨ ਜਦੋਂ ਮੈਂ ਦੱਸਿਆ ਤੇ ਮਹਾਰਾਜ ਨੇ ਉਹਦਾ ਆਨਸਰ ਦੇ ਦਿੱਤਾ ਨਾਲੇ ਨਾਲ। ਉਹ ਕਰਮਕਾਂਡ ਰੱਦ ਕੇ ਕੁਐਸਚਨ ਕੀਤਾ। ਅੱਛਾ ਤੂੰ ਤੇ ਕਹਿਤਾ ਵੀ ਮੈਂ ਭੁੱਖਾ ਵੀ ਨਹੀਂ ਰਹਿਣਾ, ਚੁੱਪ ਵੀ ਨਹੀਂ ਰਹਿਣਾ, ਸਰੀਰ ਦੀ ਜਿਹੜੀ ਹੈਗੀ ਹੈ ਸੁੱਚਮਤਾ ਲਈ ਸੁੱਚਤਾ ਨਹੀਂ ਚਾਹੀਦੀ ਤੇ ਮੈਨੂੰ ਸਹਿਜ ਸਿਆਣਪਾਂ ਵੀ ਨਹੀਂ ਚਾਹੀਦੀਆਂ, ਜਿਹੜੀਆਂ ਅਸੀਂ ਸ਼ੁਰੂ ਕੀਤਾ ਸੀ ਜਿੱਥੋਂ ਕਿ ਹੁਣ ਸਾਰੇ ਬੰਦੇ ਜਦੋਂ ਸਿੱਖ ਕਹਿੰਦੇ ਨਾ ਆਪਣਾ ਆਪਣਾ ਵਿਚਾਰ, ਦੈਟ ਇਜ਼ ਟੋਟਲੀ ਰੋਂਗ। ਤੁਹਾਡਾ ਆਪਣਾ ਆਪਣਾ ਵਿਚਾਰ ਜੋ ਤੁਹਾਨੂੰ ਸਮਝ ਆਈ ਤੁਸੀਂ ਉਹ ਮੰਨੋ। ਜਿੱਦਾਂ ਮੈਂ ਇਹ ਨਹੀਂ ਕਹਿ ਰਹੀ ਜਾਂ ਤੁਸੀਂ ਇਹ ਨਹੀਂ ਕਹਿ ਰਹੇ ਕਿ ਆਹੀ ਅੰਤ ਹੈ, ਨੋ, ਅਸੀਂ ਸਿਰਫ ਉਹ ਕਹਿ ਰਹੇ ਹਾਂ ਜੋ ਸਾਨੂੰ ਸਮਝ ਆਇਆ। ਔਰ ਮੈਂ ਕਹਿੰਦੀ ਹਾਂ ਆਫਰੀਨ ਹੈ ਪ੍ਰੋਫੈਸਰ ਸਾਹਿਬ ਸਿੰਘ ਦੇ, ਜਿਨ੍ਹਾਂ ਨੇ ਇੰਨਾ ਵੱਡਾ ਕੰਮ ਕਰਕੇ ਵੀ ਲਿਖਿਆ ਕਿ ਮੇਰੇ ਵੀਰੋ ਜੋ ਮੈਨੂੰ ਸਮਝ ਆਇਆ ਨਿਮਾਣੇ ਸਿੱਖ ਨੂੰ, ਜਦੋਂ ਮੇਰੇ ਸਾਹਿਬ ਨੇ ਮੇਰੇ ਤੇ ਰਹਿਮਤ ਕੀਤੀ ਤੇ ਮੈਂ ਉਹ ਲਿਖਿਆ ਤੇ ਇੰਨਾ ਹੀ ਸਮਝ ਆਇਆ ਔਰ ਉਹਨਾਂ ਨੂੰ ਕਿੰਨਾ ਕੁਝ ਸਮਝ ਆਇਆ। ਇਦਾਂ ਹੀ ਆਪਾਂ ਮੰਨਣਾ। ਹੁਣ ਅੱਗੇ ਆ ਗਿਆ, ਉਹ ਕਹਿੰਦੇ ਨੇ ਸਾਹਿਬ ਕਹਿੰਦੇ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਲ। ਮੇਰੇ ਅੰਦਰ ਫਿਰ ਜਿਹੜੀ ਇਲੂਜ਼ਨ ਬਣੀ ਹੋਈ ਹੈ, ਮੈਨੂੰ ਆ ਦੁਨੀਆ ਹੀ ਸੱਚੀ ਲੱਗਦੀ, ਸਰੀਰ ਹੀ ਸੱਚਾ ਲੱਗਦਾ, ਹੁਣ ਮੈਂ ਰੋਂਦਾ ਖਪਦਾ ਮਰਦਾ ਵਾਂ, ਇਹ ਮੇਰੀ ਕੰਧ ਤੇ ਤੋੜ, ਹੁਣ ਮਿਲਾਏਗਾ ਕਿੱਦਾਂ ਮੈਨੂੰ ਆਪਣੇ ਨਾਲ, ਆਪਣੇ ਅਸਲੇ ਨਾਲ। ਤੇ ਫਿਰ ਸਾਹਿਬ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਜਿਹੜੀ ਕ੍ਰੀਏਸ਼ਨ ਹੈ, ਜਿਹੜਾ ਤੇਰਾ ਸਰੀਰ ਹੈ, ਜਿਹੜੀ ਤੇਰੀ ਸੁਰਤ ਹੈ, ਮਨ, ਇਹ ਕਿਸੇ ਹੁਕਮ 'ਚ ਸਾਜੇ ਗਏ ਨੇ, ਇਨ ਅ ਡਿਵਾਈਨ ਲਾਅ। ਅੱਜ ਸਾਇੰਸ ਵੀ ਮੰਨ ਲਈ ਹੈ। ਪਰ ਪਹਿਲਾਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਤੇਰੇ ਨਾਲ ਹੁਕਮ ਲਿਖਿਆ ਹੋਇਆ, ਹੁਕਮ ਦੇ ਵਿੱਚ ਚੱਲਣਾ। ਪਰ ਜਿਹੜਾ ਹੁਕਮ ਹੈ ਦੇਰ ਉਹਨੂੰ ਹੁਕਮ ਨੂੰ ਸਮਝਣ 'ਚ ਲੱਗਦੀ ਹੈ। ਫਿਰ ਅੱਗੇ ਹੁਕਮ ਦਿੱਤਾ ਹੈ ਨਾ। ਫਿਰ ਵੇਖੋ ਸਾਹਿਬ ਕਿੰਨੇ ਬਿਊਟੀਫੁਲ, ਕਿੰਨੀ ਉਹਨਾਂ ਦੀ ਮਤਲਬ ਕੋਈ ਵਰਡ ਹੀ ਨਹੀਂ ਹੈ, ਬਸ ਇੱਕ ਵਾਹ ਨਿਕਲਦਾ ਹੈ ਕਿ ਗੁਰੂ ਤੂੰ ਵਾਹ। ਤਾਂ ਅਸੀਂ ਵਾਹ ਗੁਰੂ ਕਹਿੰਦੇ। ਔਰ ਮੈਂ ਵਾਹ ਗੁਰੂ ਦੀ ਥੋੜੀ ਜਿਹੀ ਇੱਥੇ ਗੱਲ ਕਰ ਲਾਂ ਪਲੀਜ਼। ਵਾਹਿਗੁਰੂ ਜਪੀ ਜਾ ਰਹੇ। ਉਹਨਾਂ ਨੂੰ ਪੁੱਛੋ ਕਿ ਵਾਹਿਗੁਰੂ ਕਿੱਥੇ ਲਿਖਿਆ ਹੈ, ਦੇ ਡੋਨਟ ਨੋ, ਨਾਟ ਆਲ, ਬੱਤਿਆਂ ਨੂੰ ਪਤਾ ਹੈ। ਇਹ ਵਾਹਿਗੁਰੂ ਭੱਟਾਂ ਨੇ ਗਾਇਆ ਸੀ ਗੁਰੂ ਦੇ ਦਰਬਾਰ 'ਚ ਆ ਕੇ। ਇਹ ਭੱਟਾਂ ਦੇ ਸਵਈਆਂ 'ਚ ਸ਼ਬਦ ਆਉਂਦਾ ਹੈ, ਵਾਹਿਗੁਰੂ ਵਾਹ ਜੀਓ। ਅਗਲੀ ਲਾਈਨ ਹੈ ਕਮਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਤ ਜਿਸੇ ਦਹੀਂ ਭਾਤ ਖਾਏ ਜੀਓ। ਕਹਿੰਦੇ ਮੈਂ ਅੱਜ ਤੱਕ ਕ੍ਰਿਸ਼ਨ ਦੀ ਲੀਲਾ ਦੀਆਂ ਗੱਲਾਂ ਸੁਣਦਾ ਆਇਆ, ਪਰ ਮੇਰੇ ਸਾਹਮਣੇ ਤਾਂ ਉਹ ਵੀ ਕੁਛ ਨਹੀਂ ਹੈ। ਕਮਲ ਨੈਣ ਵੀ ਕ੍ਰਿਸ਼ਨ ਦੇ ਕਮਲ ਵਰਗੇ ਨੈਣ ਨੇ, ਮਧੁਰ ਬੈਨ ਮਿੱਠੀ ਆਵਾਜ਼ ਹੈ। ਇਹ ਸਾਰੀ ਮਤਲਬ ਅਸੀਂ ਇਸ ਵਿਆਖਿਆ 'ਚ ਨਹੀਂ ਜਾ ਸਕਦੇ। ਮੇਰੇ ਦਰਸ਼ਕ ਜਨ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਆਹ ਤੁਹਾਡਾ ਹੋਮਵਰਕ ਹੈ ਜੋ ਅਸੀਂ ਬੋਲ ਰਹੇ ਹਾਂ ਨਾ, ਇਹ ਸਫ਼ਰ ਸਾਡਾ ਇਕੱਲਿਆਂ ਦਾ ਨਹੀਂ, ਤੁਹਾਡਾ, ਕਿਉਂਕਿ ਗੁਰੂ ਨੇ ਸਾਨੂੰ ਸਾਧ ਸੰਗਤ ਬਣਾਇਆ ਤੇ ਆਪਾਂ ਇਕੱਠਿਆਂ ਨੇ ਗੁਰੂ ਦੇ ਗੁਣ ਗਾਣੇ। ਕਿਉਂ ਕਿ ਆਪਾਂ ਇੱਕ ਦੂਜੇ ਕੋਲੋਂ ਸਿੱਖ ਕੇ ਤਕੜੇ ਹੋਈਏ, ਸਿਆਣੇ ਬਣੀਏ, ਗੁਰੂ ਦੇ ਆਸ਼ਿਕ ਬਣੀਏ। ਤੇ ਤੁਸੀਂ ਇਹ ਸ਼ਬਦ ਖੁਦ ਲੱਭੋ ਤੇ ਪੜੋ, ਤੁਹਾਨੂੰ ਪਤਾ ਚੱਲ ਜਾਏਗਾ। ਹੁਣ ਜਦੋਂ ਹੁਕਮ ਰਜ਼ਾਈ ਕਹਿਤਾ ਸਾਹਿਬ ਨੇ ਵੀ ਹੁਕਮ, ਅਗਲੀ ਪੌੜੀ 'ਚ ਹੁਕਮ ਦੀ ਵਿਆਖਿਆ ਹੈ। ਫਿਰ ਅੱਗੋਂ ਕਹਿੰਦੇ ਹੁਣ ਅਸੀਂ ਕਵਾਂਗੇ ਹੁਕਮ ਕਿਹੜਾ ਲਿਖਤਾ, ਸਾਨੂੰ ਤਾਂ ਹੁਕਮ ਦਾ ਨਹੀਂ ਪਤਾ ਮਹਾਰਾਜ, ਹੁਕਮ ਕਿੱਥੋਂ ਲੱਭੀਏ, ਹੁਣ ਕਿਹਨੂੰ ਪੁੱਛਣ ਜਾਈਏ। ਤੇ ਸਾਹਿਬ ਅਗਲੀ ਪੌੜੀ, ਦੂਜੀ ਪੌੜੀ 'ਚ ਕਹਿੰਦੇ ਨੇ ਹੁਕਮੇ, ਉਹ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਜੇ ਬੁੱਝ ਲਏਗਾ ਤੇ ਹਉਮੈ ਕਹੇ ਨਾ ਕੋਏ। ਇਹ ਬੁੱਝਣ ਦੀ ਜਿਹੜੀ ਕਲਾ ਹੈ, ਬੁੱਝਣ ਦੀ ਜਿਹੜੀ ਗੱਲ ਹੈ, ਇਹ ਬੜੀ ਵੱਡੀ ਗੱਲ ਹੈ। ਕੋਸ਼ਿਸ਼ ਕੀਤੀ ਹੈ ਮਹਾਰਾਜ ਨੇ ਸਾਨੂੰ ਉਹ ਕਲਾ ਦੇਣ ਦੀ। ਕੋਸ਼ਿਸ਼ ਇਸ ਕਰਕੇ ਕਹਿ ਰਹੇ ਕਿ ਉਹਨਾਂ ਨੇ ਤਾਂ ਦੇ ਤੀ, ਵੀ ਹੁਣ ਅਸੀਂ ਉਸ ਨੂੰ ਕਿਵੇਂ ਧਾਰਨ ਕਰਦੇ ਹਾਂ ਜਾਂ ਕਿਵੇਂ ਸਿੱਖਦੇ ਹਾਂ, ਇਹ ਤਾਂ ਸਾਡੇ ਤੇ ਆ, ਸਾਡੀ ਆਤਮਾ ਤੇ ਆ। ਇਹ ਕਿਉਂਕਿ ਦੇਖੋ ਉਹਦੇ ਲਈ ਸਾਨੂੰ ਸਾਡੀ ਸੁਰਤ ਲਈ, ਦੇਖੋ ਇਹ ਹੁਕਮ ਬੁੱਝਣਾ ਹੈਗਾ ਤੁਹਾਡੇ ਮਨ ਨੇ। ਪਹਿਲਾਂ ਇਹ ਤਿੰਨ ਚੀਜ਼ਾਂ ਸਮਝਣੀਆਂ ਪੈਣਗੀਆਂ। ਪਹਿਲੀ ਗੱਲ ਤੇ ਤੁਹਾਡਾ ਸਰੀਰ ਉੱਥੇ ਜਾਵੇ ਜਿੱਥੇ ਹੁਕਮ ਦੀ ਵਿਆਖਿਆ ਹੋ ਰਹੀ ਹੈ, ਪਰ ਉੱਥੇ ਵੀ ਮਨ ਲੈ ਕੇ ਜਾਏਗਾ। ਮੈਂ ਦੱਸਿਆ ਸੀ ਮਨ ਡਰਾਈਵਰ ਹੈਗਾ। ਇਹ ਸਾਡਾ ਜਿਹੜਾ ਸਰੀਰ ਹੈ ਨਾ, ਇਹ ਸਾਡੀ ਘੋੜੀ ਹੈ, ਮਤਲਬ ਕਾਰ ਹੈ। ਇਸ ਕਾਰ ਨੇ ਤੁਹਾਨੂੰ ਲੈ ਕੇ ਜਾਣਾ ਹਰ ਥਾਂ ਤੇ। ਜੇ ਇਹ ਤੰਦਰੁਸਤ ਨਹੀਂ ਹੋਈ, ਇਹਦੇ 'ਚ ਡੀਜ਼ਲ ਘੱਟ ਹੈ, ਹਵਾ ਘੱਟ ਹੈ, ਪਾਣੀ ਘੱਟ ਹੈ, ਇਟ ਵੋਂਟ ਗੋ ਟੂ ਵਰਕ। ਇਸ ਕਰਕੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸਵੇਰੇ ਉੱਠਣਾ ਹੈ, ਸੋਹਣੀ ਖੁਰਾਕ ਖਾਣੀ ਹੈ, ਸੋਹਣੇ ਵਿਚਾਰ ਲੈਣੇ ਆ ਤਾਂ ਕਿ ਸਰੀਰ ਤੰਦਰੁਸਤ ਰਹੇ। ਬਿਲਕੁਲ।
ਫਿਰ ਮਨ ਤੰਦਰੁਸਤ ਕਿੱਦਾਂ ਹੋਵੇ? ਕਸਰਤ ਕਰਨੀ ਹੈ, ਕਸਰਤ ਕਰਨੀ ਹੈ, ਕੰਮ ਤੇ ਜਾਣਾ ਠੀਕ-ਠਾਕ ਰਹਿਣਾ, ਹੈ, ਤੁਸੀਂ ਠੀਕ ਠਾਕ ਰਹਿਣਾ, ਟਾਈਮ ਤੇ ਸੌਣਾ, ਟਾਈਮ ਤੇ ਉੱਠਣਾ, ਇਹਦਾ ਖਿਆਲ ਰੱਖਣਾ, ਇਹਦੀ ਕੋਈ ਅੰਗ ਪੱਖ ਕਮਜ਼ੋਰ ਹੋਵੇ ਉਹਦਾ ਖਿਆਲ ਕਰਨਾ ਬਹੁਤ ਲਾਜ਼ਮੀ ਹੈ, ਨਹੀਂ ਤੇ ਅੱਗੇ ਨਹੀਂ ਚੱਲੇਗਾ। ਹੁਣ ਜਿਹੜੇ ਹੁਕਮ ਸਮਝਣਾ ਹੈ ਤਾਂ ਕਿ ਮੈਂ ਸਾਰੀ ਉਸ ਸੋਹਣੀ ਕਾਇਨਾਤ ਨੂੰ ਐਕਸਪੀਰੀਅੰਸ ਕਰ ਸਕਾਂ। ਐਕਸਪੀਰੀਅੰਸ ਲਈ ਆਏ ਆ ਨਾ, ਤੁਹਾਡੀ ਰੂਹ ਇੱਥੇ ਐਕਸਪੀਰੀਅੰਸ ਕਰਨਾ ਹੀ ਹੈ। ਤੁਹਾਡੇ ਬਾਪ ਇੱਕ ਓਂਕਾਰ ਦੀ ਬਣਾਈ ਹੋਈ ਸੋਹਣੀ ਕਾਇਨਾਤ ਦਾ ਤੁਸੀਂ ਹਿੱਸਾ ਹੋ। ਇੱਕ ਚੀਜ਼ ਹੋਰ ਵੀ ਯਾਦ ਰੱਖਣੀ ਹੈ, ਉਹ ਇਹ ਰੱਖਣੀ ਹੈ, ਮਹਾਰਾਜ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਹੁਣ ਖੋਜ ਤੇ ਕਰਨੀ ਪਏਗੀ, ਉੱਠਣਾ ਵੀ ਪਏਗਾ, ਤੁਰਨਾ ਵੀ ਪਏਗਾ, ਪੜ੍ਹਨਾ ਵੀ ਪਏਗਾ, ਸੁਣਨਾ ਵੀ ਪਏਗਾ, ਮੰਨਣਾ ਵੀ ਪਏਗਾ। ਇਹ ਇੱਕ ਚੀਜ਼ ਨਹੀਂ ਹੈ, ਇਟ ਇਜ਼ ਇਨ ਲਾਈਨ। ਇੱਕ ਸਟੈਪ ਦੇ ਉੱਤੇ ਦੂਜਾ ਸਟੈਪ ਹੈ। ਪਹਿਲੀ ਗੱਲ ਹੈ ਤੁਰਨਾ, ਦੂਜੀ ਗੱਲ ਉੱਥੋਂ ਹੀ ਤੁਰਨਾ, ਮਤਲਬ ਪਹਿਲੀ ਗੱਲ ਆਪਣਾ ਮਨ ਬਣਾ ਲੈਣਾ ਕਿ ਹਾਂ ਮੈਨੂੰ ਇਹ ਚੀਜ਼ ਚਾਹੀਦੀ ਹੈ, ਲੋੜ ਪੈਦਾ ਹੋਣੀ ਅੰਦਰ, ਹੈ ਨਾ ਜੀ। ਤੇ ਉਸ ਲੋੜ ਨੂੰ ਵੀ ਪਰਪੱਕ ਕਰਨਾ ਹੈ ਤੁਹਾਡੀ ਸੰਗਤ ਨੇ, ਤੁਹਾਡੇ ਮਾਂ-ਬਾਪ ਨੇ, ਪਰਿਵਾਰ ਨੇ। ਤਾਂ ਕਹਿੰਦੇ ਸੀ ਨਾ ਸਾਹਿਬ ਕਿ ਸਿੰਘ ਦਾ ਆਨੰਦ ਕਾਰਜ ਸਿੰਘਣੀ ਨਾ ਹੋਵੇ। ਤੁਸੀਂ ਹੈਰਾਨ ਹੋ ਜਾਓਗੇ। ਪੁਰਾਣੀ ਮੈਨੂੰ ਨਾ ਆਪਣਾ ਇਤਿਹਾਸ ਵੀ ਐਡਾ ਕਮਾਲ ਲੱਗਦਾ, ਰਸ ਘੋਲ ਦਿੰਦਾ। ਤੇ ਸਿੰਘਾਂ ਦੇ ਉੱਤੇ ਤੇ ਹਮੇਸ਼ਾ ਭੀੜ ਪਈ ਰਹਿੰਦੀ ਹੈ, ਅੱਜ ਵੀ ਪਈ ਹੋਈ ਹੈ। ਤੇ ਸਿੰਘ ਜਾਂਦੇ ਸੀ ਘਰੋਂ ਲੜਾਈਆਂ ਵਾਸਤੇ, ਜਦੋਂ ਆਵਾਜ਼ ਪੈਂਦੀ ਸੀ। ਹੁਣ ਆਪਾਂ ਵੀ ਸਾਰੇ ਕਿੱਥੋਂ ਕਿੱਥੋਂ ਉੱਠ ਕੇ ਇਸ ਲਹਿਰ 'ਚ ਜੁੜੇ ਹੋਏ ਆ, ਭਾਵੇਂ ਗੁਰਬਾਣੀ ਵਿਚਾਰ ਹੈ, ਭਾਵੇਂ ਇਹ ਸਿੱਖੀ ਦੇ ਕੰਮ ਨੇ, ਭਾਵੇਂ। ਤੇ ਉਹ ਜਦੋਂ ਜਾਂਦੇ ਸੀ ਘਰੋਂ ਤੇ ਆਪਣੀ ਸਿੰਘਣੀ ਨੂੰ ਇਹ ਕਹਿੰਦੇ ਸੀ, ਕਦੇ ਨਹੀਂ ਸੀ ਕਹਿੰਦੇ ਹਾਂ ਹੁਣ ਤੇ ਤੂੰ ਮੇਰੇ ਬਿਨਾ ਬੜੀ ਉਹ ਹੋ ਜਾਏਂਗੀ, ਮੈਂ ਤੇਰੇ ਬਿਨਾ ਪਤਾ ਨਹੀਂ ਕੀ ਹੋ ਜਾਊਗਾ, ਮੇਰਾ ਜੀ ਨਹੀਂ ਲੱਗਣਾ। ਜੀ ਤੇ ਅਫਕੋਰਸ ਨਹੀਂ ਲੱਗਦਾ, ਪਰੇਸ਼ਾਨੀਆਂ ਨੇ, ਇਹ ਤੇ ਸਾਡੀ ਜ਼ਰੂਰਤ ਹੈ ਪਰਿਵਾਰ। ਉਹ ਇੱਕੋ ਹੀ ਗੱਲ ਕਹਿੰਦੇ ਸੀ ਕਿ ਸਿੰਘ ਜੀ ਹੁਣ ਗੁਰੂ ਕੀ ਫੌਜ ਤੁਹਾਡੇ ਹਵਾਲੇ। ਜਿਹੜਾ ਪਰਿਵਾਰ ਹੁੰਦਾ ਸੀ ਨਾ, ਬੱਚੇ ਕਹਿੰਦੇ ਸੀ ਸਿੰਘ ਜੀ ਹੁਣ ਗੁਰੂ ਕੀ ਫੌਜ ਤੁਹਾਡੇ ਹਵਾਲੇ, ਤੇ ਤਿਆਰ ਬਰ ਤਿਆਰ ਕਰਨਾ, ਯਾਦ ਰੱਖਣਾ ਕਿ ਇਹ ਮਸ਼ਾਲ ਅੱਗੇ ਤੁਰਦੀ ਰਹੇਗੀ। ਅੱਜ ਸਾਡੇ ਕਈ ਚਿੱਤਰਕਾਰ ਬੜੇ ਪਿਆਰੇ, ਮੈਂ ਉੱਥੇ ਯੂਬਾ ਸਿਟੀ ਇੱਕ ਨੂੰ ਮਿਲੀ ਸੀ, ਉਹਨੇ ਇੰਨੀ ਸੋਹਣੀ ਇੱਕ ਪੇਂਟਿੰਗ ਬਣਾਈ ਹੋਈ ਸੀ। ਮੈਂ ਉਹਦੇ ਕੋਲੋਂ ਪੇਂਟਿੰਗਸ ਖਰੀਦੀਆਂ ਤੇ ਘਰ ਰੱਖੀਆਂ, ਨਾਲ ਉਹਦੇ ਸਿਰਲੇਖ ਸੀਗੇ ਕਿ ਦਾਦੇ ਨੇ ਪੋਤਰਾ ਸਿਰ ਚੁੱਕਿਆ ਹੋਇਆ ਮੋਢੇ ਤੇ ਉਹ ਦੇਖ ਰਹੇ ਨੇ, ਤੇ ਅੱਗੇ ਕਿਲੇ ਨੇ, ਤੇ ਸਿੰਘ ਘੋੜੀ ਤੇ ਜਾ ਰਿਹਾ, ਤੇ ਥੱਲੇ ਲਿਖਿਆ ਸੀ ਜੰਗ ਜਾਰੀ ਹੈ। ਠੀਕ ਹੈ ਨਾ। ਤੇ ਸਾਹਿਬ ਦੇ ਦਰ ਦੇ ਉੱਤੇ ਜੰਗ ਜਾਰੀ ਰਹਿੰਦੀ ਹੈ, ਮਨ ਦੀ ਹੋਵੇ ਜਾਂ ਸੁਰਤ ਦੀ ਹੋਵੇ। ਤੇ ਉਹ ਕਹਿੰਦੇ ਨਾ, ਸਾਡੇ ਰਹਿਤਨਾਮਿਆਂ 'ਚ ਲਿਖਿਆ ਹੋਇਆ, ਉਹ ਕਹਿੰਦੇ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਇਸ ਗੁਰ ਤੇ ਮੰਗਾ। ਦੰਗਾਹੀਨ ਗੁੱਤੇ ਮੰਗਾ। It's beautiful. It's not that we are violent people here. No, we are not. But we love struggles. Yes. We always want to win the fight. Fight is with yourself, within yourself, within your mind. ਅੱਜ fight ਹੀ ਤੇ ਹੋ ਰਹੀ ਹੈ। ਕੋਈ fight 'ਚ ਹਾਰ ਕੇ ਡਿਪਰੈਸ਼ਨ 'ਚ ਮਰੇ ਹੋਏ ਨੇ, ਗੰਦ ਪਾ ਰਹੇ ਨੇ, ਨਸ਼ਿਆਂ ਤੇ ਲਾ ਰਹੇ ਨੇ, ਬੀਬੀਆਂ ਨੂੰ ਪਰੇਸ਼ਾਨ ਕਰ ਰਹੇ ਨੇ, ਬੀਬੀਆਂ ਮਰਦਾਂ ਨੂੰ ਪਰੇਸ਼ਾਨ ਕਰ ਰਹੀ। ਇਹ ਨਹੀਂ ਕਿ ਇਕੱਲੇ ਮਰਦ ਦੀ ਪ੍ਰੋਬਲਮ ਹੁੰਦੀ ਹੈ, ਨਹੀਂ, ਔਰਤਾਂ ਵੀ ਸਾਰੇ ਪਾਸੇ ਹੀ ਹੈ, ਸਾਰੇ ਹਰ ਕੋਈ ਹੈ। ਇਟਸ ਐਵਰੀਬਾਡੀ। ਕਿਉਂਕਿ ਤੇ ਗੁਰੂ ਕਹਿੰਦਾ ਤੂੰ ਆ ਯੁੱਧ ਕਰ, ਯੁੱਧ ਤਾਂ ਕਰ, ਧੰਨ ਜੀ ਉਹ ਤੇ ਇੱਕੋ ਜਗ ਮੈਂ। ਹਾਂ, ਤੇ ਉਹ ਯੁੱਧ ਕਰਨਾ। ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਸਤਾ ਹੈ ਨਾ, ਹੁਣ ਦੇਖੋ ਹੁਕਮ ਨੂੰ ਪਛਾਣਨ ਲਈ ਯੁੱਧ ਤਾਂ ਕਰਨਾ ਪਏਗਾ। ਕਿਹੜਾ ਯੁੱਧ ਕਰਨਾ ਪਏਗਾ? ਉੱਠਣਾ ਪਏਗਾ ਸਵੇਰੇ, ਉਹ ਬੰਦੇ ਲੱਭਣੇ ਪੈਣਗੇ ਜਿਹੜੇ ਹੁਕਮ ਦੀ ਪਰਿਭਾਸ਼ਾ ਦੇਣ। ਹੁਣ ਸਾਹਿਬ ਨੇ ਵੇਖੋ, ਇੱਕ ਚੀਜ਼ ਸਾਨੂੰ ਹੋਰ ਸਮਝਣੀ ਪਏਗੀ, ਸਾਰੀ ਗੁਰਬਾਣੀ ਜਿਹੜੀ ਹੈ ਉਹ ਕਾਵ ਰੂਪ ਹੈ। ਹਾਂਜੀ ਹਾਂਜੀ, ਉਹ ਵਾਰਤਕ ਨਹੀਂ ਹੈ। ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ, ਬਹੁਤ ਵੱਡੀ। ਔਰ ਸਾਡੇ ਲੋਕਾਂ ਨੂੰ ਰਾਗਾਂ 'ਚ ਹੈ, ਕਾਵ ਰੂਪ ਦੇ ਵਿੱਚ ਹੈ, ਤੇ ਇਹਦੇ ਵਿੱਚ ਵਾਰਤਕ ਨਹੀਂ ਹੈ। ਕਿਉਂਕਿ ਹੁਣ ਕਾਵ ਰੂਪ ਕੀ ਹੁੰਦਾ? ਆਪ ਜੀ ਵੀ ਲਿਟਰੇਚਰ ਇੰਨਾ ਪੜ੍ਹੇ ਹੋਏ ਹੋ, ਮੈਂ ਵੀ ਲਿਟਰੇਚਰ ਦੀ ਟੀਚਰ ਹਾਂ, ਸਾਡੇ ਬਹੁਤ ਸਿਆਣੇ ਸਰੋਤੇ ਉਹ ਵੀ ਜਾਣਦੇ ਨੇ। ਪੋਇਟਰੀ ਇਜ਼ ਆਲਵੇਜ਼ ਅ ਕੰਡੈਂਸਡ ਫਾਰਮ ਆਫ ਇਨਫੋਰਮੇਸ਼ਨ। ਮਤਲਬ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹਦਾ ਨਿਚੋੜ ਕੱਢ ਕੇ ਕਵਿਤਾ ਬਣਦੀ ਹੈ। ਜਿਹੜੇ ਸਾਡੇ ਭਾਵ ਹੁੰਦੇ, ਹੁਣ ਜਿਹੜੇ ਕਵੀ ਨੇ ਸੋਹਣੇ ਸੋਹਣੇ ਗੀਤ ਲਿਖਦੇ ਨੇ, ਉਹਨਾਂ ਦੇ ਅੰਦਰ ਬੜਾ ਕੁਝ ਚੱਲਦਾ ਹੈ। ਫਿਰ ਜਦੋਂ ਕੰਡੈਂਸ ਹੋ ਜਾਂਦਾ ਹੈ, ਫਿਰ ਉਹਨਾਂ ਦੇ ਅੰਦਰ ਕਵਿਤਾ ਉਤਰਦੀ ਹੈ। ਇੱਦਾਂ ਬਾਣੀ ਸਾਹਿਬ ਨੂੰ ਉਤਰਦੀ ਸੀ, ਹਰ ਵਕਤ ਨਹੀਂ ਉਤਰਦੀ ਸੀਗੀ, ਇਹ ਵੀ ਆਮਦ ਹੁੰਦੀ ਸੀ।
ਜਿਹਨੂੰ ਇਲਹਾਮ ਕਹਿੰਦੇ ਨੇ ਸਾਡੇ ਮੁਸਲਮਾਨ ਵੀ। ਹਾਂਜੀ, ਗੁਰਬਾਣੀ ਇਲਹਾਮ ਹੈ ਇੱਕ, ਗੁਰੂ ਸਾਹਿਬ ਨੂੰ ਜਿਹੜੀ ਆਮਦ ਹੋਈ ਹੈ, ਧੁਰਕੀ ਬਣੀ ਹੈ, ਉਹਦੇ ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਸੀ ਕਿ ਕਿਵੇਂ ਇਹ ਸਫ਼ਰ ਕਰਾਉਂਦੀ ਆ ਮਨੁੱਖੀ ਆਤਮਾ ਨੂੰ। ਫਿਜ਼ਿਕਸ, ਮੈਟਾਫਿਜ਼ਿਕਸ, ਅੱਗੇ ਅੱਗੇ ਅਧਿਆਤਮਵਾਦ ਤੋਂ ਲੈ ਕੇ ਅਸੀਂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਸੈਰ ਕਰਾਉਂਦੇ ਨੇ ਬਾਬਾ ਜੀ ਸਾਨੂੰ। ਤੇ ਜੇ ਅਸੀਂ ਅੱਜ ਦੇ ਮਤਲਬ ਇਸ ਐਪੀਸੋਡ ਦੇ ਵਿੱਚ ਅਖੀਰ ਦੇ ਵਿੱਚ ਗੱਲ ਕਰੀਏ ਕਿ ਇਹ ਸਾਰਾ ਜਿਹੜਾ ਬ੍ਰਹਿਮੰਡ ਦੀ ਜਦੋਂ ਸੈਰ ਕਰਾਉਂਦੇ ਨੇ ਤਾਂ ਅਸੀਂ ਜਿੰਨੀਆਂ ਪੁਰਾਣੀਆਂ ਜਿਹੜੀਆਂ ਵੱਡੇ ਵੱਡੇ ਵਿਗਿਆਨੀਆਂ ਦੀਆਂ ਜਿਹੜੀਆਂ ਖੋਜਾਂ ਨੇ ਉਹ ਸਾਰੀਆਂ ਝੂਠੀਆਂ ਪੈ ਜਾਂਦੀਆਂ ਨੇ। ਹੁਣ ਜਿਹੜੀ ਈਵਨ ਨਾਸਾ ਦੀਆਂ ਵੀ ਜਿਹੜੀਆਂ ਖੋਜਾਂ ਨੇ ਉਹ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੇ ਜੋ ਜਪਜੀ ਸਾਹਿਬ ਦੇ ਵਿੱਚ ਕਿਹਾ ਗਾਇਆ ਉਹਦੇ ਕਾਫੀ ਨੇੜੇ ਤੇੜੇ ਹੁੰਦੀਆਂ ਨੇ। ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ, ਤੁਹਾਡੇ ਨਾਲ ਗੱਲ ਕੀਤੀ ਸੀ ਕਿ ਲੱਖਾਂ ਕਰੋੜਾਂ ਧਰਤੀਆਂ ਤੇ ਲੱਖਾਂ ਕਰੋੜਾਂ ਹੀ ਸੂਰਜ ਨੇ। ਉਹ ਹੁਣ ਪਤਾ ਲੱਗਦਾ ਕਿ ਇੰਨੀਆਂ ਗਲੈਕਸੀਆਂ ਨੇ ਤੇ ਕਿੱਡੀ ਸੋਚ ਹੋਊਗੀ ਗੁਰੂ ਨਾਨਕ ਪਾਤਸ਼ਾਹ ਦੀ, ਜਿਹੜੇ ਉਹ 550 ਸਾਲ ਪਹਿਲਾਂ ਸਾਨੂੰ ਇਹ ਸਾਰਾ ਕੁਝ ਦੱਸ ਕੇ। ਸਾਨੂੰ ਜਿੱਦਾਂ ਦੇਖੋ ਜਿਹੜਾ ਜਪਜੀ ਹੈ ਨਾ, ਇਹ ਸਟੈਪ ਵਾਈਜ਼ ਹੈ। ਜਦੋਂ ਅਸੀਂ ਇਹਨੂੰ ਸਟੈਪ ਵਾਈਜ਼ ਸਮਝਾਂਗੇ, ਪੜਾਂਗੇ, ਗਾਵਾਂਗੇ। ਹੁਣ ਅਸੀਂ ਸਭ ਤੋਂ ਪਹਿਲਾਂ ਸਮਝਿਆ ਕਿ ਕਰਮਕਾਂਡ ਮਾਰ ਕਹਿੰਦੇ ਸੱਚੇ ਸੁੱਚੇ ਕਿੱਦਾਂ ਹੋਣਾ, ਫਿਰ ਹੁਕਮ ਹੈ, ਹੁਕਮ ਨੂੰ ਕਿੱਦਾਂ ਸਮਝਿਆ, ਹੁਕਮ ਦੀ ਪੌੜੀ ਪੜੋ ਸਾਰੇ। ਤੇ ਅਸੀਂ ਸਿਰਫ ਤੁਹਾਨੂੰ ਟੂਕ ਮਾਤਰ ਐਗਜ਼ਾਮਪਲ ਦੇ ਰਹੇ ਹਾਂ, ਬਾਕੀ ਤੁਹਾਡਾ ਹੋਮਵਰਕ ਹੈ। ਆਪ ਜੀ ਨੂੰ ਇਸ਼ਕ ਹੈ, ਪਿਆਰ ਹੈ ਗੁਰਬਾਣੀ ਦੇ ਨਾਲ, ਤੇ ਆਪ ਜੀ ਆਪਣੇ ਆਪ ਪੜੋਗੇ, ਆਪ ਜੀ ਆਪਣੇ ਆਪ ਉਹਦੇ ਵਿੱਚ ਜਾਓਗੇ, ਖੋਜ ਕਰੋਗੇ, ਉਹਨੂੰ ਗਾਓਗੇ। ਫਿਰ ਅੱਗੇ ਗਾਵੇ ਕੀਆਂ ਪੌੜੀਆਂ ਨੇ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਗਾਉਂਦੇ ਨੇ ਕੌਣ ਕੌਣ ਲੋਕ ਗਾਉਂਦੇ। ਸਾਹਿਬ ਕਹਿੰਦੇ ਕੋਈ ਜ਼ੋਰ ਤੇ ਗਾ ਰਿਹਾ ਹੈ, ਕਿਸੇ ਨੂੰ ਮਾਣ ਮਿਲ ਗਿਆ ਉਹ ਤੈਨੂੰ ਗਾ ਰਿਹਾ, ਸਾਰੇ ਗਾ ਰਹੇ ਨੇ ਡਿਫਰੈਂਟ। ਦੱਸਿਆ ਕਿ ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾ। ਏਦਾਂ ਗਾਉਣ ਨਾਲ ਤੇ ਜਦੋਂ ਬੰਦਾ ਗਾਉਂਦਾ ਹੈ ਨਾ ਤੇ ਉਹ ਗੀਤ ਉਹਦੀ ਸੋਚ ਔਰ ਉਹਦੀ ਸੁਰਤ 'ਚ ਉਤਰ ਜਾਂਦਾ ਹੈ, ਉਹਦੇ ਹਾਵ ਭਾਵ ਇੱਕ ਹੋ ਜਾਂਦੇ ਨੇ। ਔਰ ਸਾਹਿਬ ਜੀ, ਇੱਕ ਮੈਂ ਤੁਹਾਨੂੰ ਇੱਕ ਖਾਸ ਨੁਕਤਾ ਹੈ, ਜੁਗਤ ਹੈ ਗੁਰਬਾਣੀ ਦੀ, ਕਿ ਜਦੋਂ ਤੁਸੀਂ ਬਾਣੀ ਗਾਉਂਦੇ ਹੋ ਤੇ ਬਾਣੀ ਤੁਹਾਡੇ ਭਾਵਾਂ ਨੂੰ ਬਦਲ ਦਿੰਦੀ ਹੈ। ਇੱਕ ਤੁਸੀਂ ਕਿਉਂਕਿ ਮੈਂ ਡਾਕਟਰ ਦੀ ਵਾਈਫ ਹਾਂ, ਸਾਡੇ ਅੰਦਰ ਦਿਲ ਵੀ ਸਾਡਾ ਜਦੋਂ ਧੜਕਦਾ ਹੈ ਤੇ ਅੱਧੇ ਸੈਕਿੰਡ ਲਈ ਰੈਸਟ ਕਰ ਲੈਂਦਾ, ਇੱਦਾਂ ਧੱਕ ਧੱਕ ਮੀਨਸ ਉਹ ਉੱਦਾਂ ਨਹੀਂ ਰੈਸਟ ਕਰਦਾ, ਪਰ ਉਹ ਰਾਈਟ ਵੇ ਰੈਸਟ ਕਰੀ ਜਾਂਦਾ। ਦਿਮਾਗ ਰੈਸਟ ਕਰਦਾ, ਸੌਂਦਾ ਹੈ, ਉਦੋਂ ਸਾਡਾ ਸਬਕੌਨਸ਼ੀਅਸ ਹਾਵੀ ਹੁੰਦਾ ਹੈ। ਇਹ ਜਿਹੜਾ ਅਸੀਂ ਦਿਨਚਰਿਆ ਦੇ ਵਿੱਚ ਵਰਤਦੇ ਹਾਂ, ਇਹ ਆਰਾਮ ਕਰਦਾ। ਜੇ ਦਿਮਾਗ ਆਰਾਮ ਨਾ ਕਰੇ, ਬੰਦਾ ਪਾਗਲ ਹੋ ਜਾਂਦਾ ਹੈ। ਪਰ ਸਾਡਾ ਐਂਡੋਕਰਾਈਨ ਸਿਸਟਮ, ਜਿਹੜੇ ਸਾਡੇ ਹਾਰਮੋਨਸ ਸਕ੍ਰੀਟ ਕਰਦਾ, 7 ਕਿਸਮ ਦੇ ਹੁੰਦੇ, ਮੈਂ ਉਹਦੇ 'ਚ ਨਾ ਜਾਵਾਂ। ਪਿਚੂਟਰੀ ਸਭ ਤੋਂ ਉੱਤੇ ਹੁੰਦਾ ਤੇ ਫਿਰ ਅੱਗੋਂ ਉਹ ਕਦੀ ਰੈਸਟ ਨਹੀਂ ਕਰਦੇ। ਜਿਹੋ ਜਿਹੇ ਤੁਹਾਡੇ ਭਾਵ ਨੇ ਉਹੋ ਜਿਹੇ ਕੈਮੀਕਲ ਬਾਡੀ 'ਚ ਪਈ ਜਾਂਦੇ ਆ। ਇਫ ਯੂ ਆਰ ਐਂਗਰੀ, ਉਹ ਡਿਫਰੈਂਟ ਕਿਸਮ ਦੇ ਕੈਮੀਕਲ ਹੋਣਗੇ। ਫਿਕਰ 'ਚੋਂ ਤੇ ਡਿਫਰੈਂਟ ਕਿਸਮ ਦੇ ਹੋਣਗੇ। ਕੋਰਟੀਸੋਲ ਤੁਸੀਂ ਆਮ ਸੁਣਿਆ, ਢਿੱਡ ਵਧਾ ਬਿਲਕੁਲ, ਉਹਦੇ ਨਾਲ ਕੋਰਟੀਸੋਲ ਇਜ਼ ਆਲਸੋ ਸਿਕ੍ਰੀਟ ਹੁੰਦਾ ਐਂਡੋਕਰਾਈਨ ਸਿਸਟਮ ਤੋਂ। ਉਹ ਆਨੰਦ ਦਿੰਦਾ ਤੁਹਾਨੂੰ? ਫਿਰ ਨਹੀਂ, ਕੋਰਟੀਸੋਲ ਹੁੰਦਾ ਹੈ ਇਦਾਂ ਦਾ ਕਿ ਜਦੋਂ ਤੁਹਾਡਾ ਬਹੁਤ ਫਿਕਰ ਆ ਰਹੀ ਹੈ ਤੇ ਉਹ ਬਹੁਤ ਸਿਕ੍ਰੀਟ ਹੁੰਦਾ ਕਿ ਬਾਡੀ ਸ਼ਟ ਡਾਊਨ ਨਾ ਹੋ ਜਾਵੇ। ਜਦੋਂ ਜ਼ਿਆਦਾ ਸਪੋਰਟ ਕਰਦਾ, ਹਾਂ, ਉਹਨੂੰ ਸਪੋਰਟ, ਤੁਹਾਨੂੰ ਪ੍ਰਿਪੇਅਰ ਕਰਦਾ, ਬਚਾਉਂਦਾ ਹੈ। ਤੇ ਉਹ ਜ਼ਿਆਦਾ ਸਿਕ੍ਰੀਟ ਹੋ ਜਾਏ ਤੇ ਢਿੱਡ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਨੀਂਦ ਨਹੀਂ ਆਉਂਦੀ, ਹੋਰ ਚੀਜ਼ਾਂ ਉਹਦੇ ਨਾਲ ਹੁੰਦੀਆਂ ਨੇ। ਜਿੱਦਾਂ ਤੁਸੀਂ ਹੁਣ ਆਮ ਦਵਾਈਆਂ ਖਾਂਦੇ ਲੋਕਾਂ ਦਾ ਮੈਟਾਬੋਲਿਜ਼ਮ ਲੋ ਹੋ ਜਾਂਦਾ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਗੁਰਬਾਣੀ ਤੁਹਾਡੇ ਭਾਵਾਂ ਨੂੰ ਬਦਲ ਦਿੰਦੀ ਹੈ। ਜਿਹੜੇ ਤੁਹਾਡੇ ਭਾਵ ਚੱਲ ਰਹੇ ਹੁੰਦੇ ਨੇ, ਉਹ ਮਤਲਬ ਨਫ਼ਰਤ ਦੇ ਭਾਵ ਚੱਲ ਰਹੇ ਹੈ, ਜਾਂ ਗੁੱਸੇ ਦੇ ਚੱਲ ਰਹੇ ਹੈ, ਜਾਂ ਹੰਕਾਰੀ ਸੋਚ ਚੱਲ ਰਹੀ ਹੈ, ਜਿਉਂ-ਜਿਉਂ ਤੁਸੀਂ ਬਾਣੀ ਗਾਓਗੇ ਇਹ ਭਾਵਾਂ ਨੂੰ ਬਦਲਦੀ ਹੈ ਤੇ ਐਂਡ ਰਿਜ਼ਲਟ ਉਹਦਾ ਹੈ। ਇੱਕ ਚੀਜ਼ ਮੈਂ ਹੋਰ ਦੱਸਾਂ, ਫਿਰ ਉਸ ਤੋਂ ਅੱਗੇ ਚੱਲੀਏ। ਹਾਂਜੀ, ਕਿਉਂਕਿ ਅਸੀਂ ਗੁਰਬਾਣੀ ਨਾਲ ਜੁੜਨ ਦੀ ਗੱਲ ਆਪਣੀ ਸੰਗਤ ਨੂੰ ਕਰ ਰਹੇ, ਆਪਣੇ ਵੀਰਾਂ ਭੈਣਾਂ ਨੂੰ। ਗੁਰਬਾਣੀ ਸਮਝਣ ਦੇ ਤੇ ਉਹਦੇ ਫਾਇਦੇ ਲੈਣ ਦੇ 4 ਪੜਾਅ ਨੇ, 4 ਤਰੀਕੇ ਨੇ। ਹਾਂਜੀ, ਸਭ ਤੋਂ ਪਹਿਲਾ ਤਰੀਕਾ ਹੈਗਾ, ਤਰੀਕਾ ਨਹੀਂ ਮਤਲਬ ਉਹਦਾ ਬੇਸ ਮੰਨਣਾ ਚਾਹੀਦਾ ਹੈ, ਉਹ ਹੈ ਸ਼ਬਦ ਬੋਧ। ਕਿਉਂਕਿ ਬਾਣੀ ਦੀ ਬੋਲੀ ਸਾਡੀ ਆਮ ਬੋਲੀ ਨਹੀਂ ਹੈ। ਅਸੀਂ ਹੁਣੇ ਕਹਿ ਕੇ ਹਟੇ ਕਿ ਇੱਕ ਪਹਿਲੀ ਗੱਲ ਤਾਂ ਕਾਵ ਰੂਪ ਹੈ, ਕੰਡੈਂਸਡ ਹੈ। ਤੁਸੀਂ ਇਹਨੂੰ ਪੜ੍ਹਨਾ ਤੇ ਗਾਉਣਾ ਕਿੱਦਾਂ, ਪਹਿਲਾਂ ਇਹਦੀ ਸੰਥਿਆ ਜ਼ਰੂਰ ਲਓ। ਸੰਥਿਆ ਹੈਗੀ ਹੈ,
ਇੱਕ ਤੂੰ ਹੀ ਉਹਨਾਂ ਨੇ ਬਣਾਈ ਹੋਈ ਹੈ, ਇੱਕ ਵੈਬਸਾਈਟ ਸਰਦਾਰ ਪੁਰੇਵਾਲ ਜੀ ਨੇ। ਹਾਂਜੀ ਹਾਂਜੀ। ਉਹ ਤੁਹਾਨੂੰ ਜਾਚਕ ਜੀ ਨੇ ਉਹਨੂੰ ਗਾਇਆ ਹੈ ਤੇ ਨਾਲ ਉਹਨੂੰ ਬੋਲਿਆ, ਪੌਜ਼ ਸਹੀ ਥਾਵਾਂ ਤੇ ਦਿੱਤੇ ਨੇ। ਸਾਡੇ ਸ਼ਹੀਦ ਮਿਸ਼ਨਰੀ ਕਾਲਜ ਆਪਣੇ ਲੁਧਿਆਣੇ ਵਾਲਿਆਂ ਨੇ ਤੁਹਾਨੂੰ ਪੌਜ਼ ਦੇ ਕੇ ਪਾਠ ਕਰਨਾ ਸਿਖਾਇਆ, ਕਿਉਂਕਿ ਤੁਸੀਂ ਜੇ ਪੌਜ਼ ਸਹੀ ਨਹੀਂ ਲਾਓਗੇ ਤਾਂ ਗਲਤ ਹੋ ਜਾਏਗਾ, ਸਾਰਾ ਮੀਨਿੰਗ ਹੀ ਅਨਰਥ ਹੋ ਜਾਏਗਾ। ਹਾਂ, ਉਹ ਹੈ ਨਾ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਏ, ਉਹ ਤੇ ਉਲਟਾ ਹੋ ਜਾਏਗਾ ਜੇ ਆਪਾਂ ਪੌਜ਼ ਠੀਕ ਨਹੀਂ ਲਾਇਆ। ਗੁਰੂ ਅਰਜਨ ਘਰ ਗੁਰੂ ਰਾਮਦਾਸ ਤੇ ਪੌਜ਼ ਲਾਉਣਾ, ਜੇ ਅਸੀਂ ਲਾਤਾ ਗੁਰੂ ਅਰਜਨ ਘਰ ਗੁਰੂ ਰਾਮਦਾਸ ਤੇ ਤਾਂ ਉਲਟਾ ਹੋ ਜਾਏਗਾ। ਸੋ ਇਹਨੂੰ ਅਸੀਂ, ਇਹ ਬੜੀਆਂ ਬਰੀਕੀਆਂ ਨੇ ਤੇ ਐਡੇ ਸੂਖਮ ਗਿਆਨ ਨੂੰ ਔਰ ਐਸੀ ਸਾਡੀ ਜਿਹੜੀ ਜ਼ਿੰਦਗੀ ਦਾ ਸਹਾਰਾ ਹੈਗਾ, ਉਹਨੂੰ ਸਮਝਣ ਦੇ ਲਈ ਸਾਨੂੰ ਉਹਦੀ ਕਰੈਕਟਰਿਸਟਿਕਸ ਦਾ ਪਤਾ ਹੋਣਾ, ਉਹਦੀਆਂ ਵਿਸ਼ੇਸ਼ਤਾਵਾਂ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਨੇ। ਇਹ ਬਹੁਤ ਵੱਡੀ ਗੱਲ ਆ, ਸਾਡੇ ਦਰਸ਼ਕ ਵੀ ਇਹ ਗੱਲ ਸੁਣ ਰਹੇ ਨੇ, ਇਹ ਸਾਰਾ ਕੁਝ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਲਈ, ਜਾਣਨ ਲਈ ਉਹਦੀ ਕੁੰਜੀ ਹੈ। ਜਿਵੇਂ ਭਾਈ ਗੁਰਦਾਸ ਦੀਆਂ ਵਾਰਾਂ ਵੀ ਨੇ ਤੇ ਸੰਥਿਆ ਵੀ ਹੈ, ਵੱਖ-ਵੱਖ ਜਿਹੜੇ ਵਿਦਵਾਨ ਨੇ ਟੀਕੇ ਵੀ ਨੇ। ਹਾਂਜੀ, ਤੇ ਪਹਿਲੀ ਮੈਂ ਜਿਹੜਾ ਦੱਸਿਆ ਸੀ ਕਿ 4 ਸਟੈਪਸ ਜਦੋਂ ਤੁਸੀਂ ਪੂਰੇ ਕਰੋਗੇ ਫਿਰ ਤੁਹਾਨੂੰ ਗੁਰਬਾਣੀ ਦਾ ਰਸ ਤੁਹਾਡੇ ਅੰਦਰ ਘੁਲੇਗਾ, ਤੇ ਰਸ ਘੁਲਣਾ ਹੀ ਸਾਡੀ ਮੰਜ਼ਿਲ ਹੈ। ਜ਼ਿੰਦਗੀ ਰਸ ਦੇ ਸਹਾਰੇ ਹੀ ਸੋਹਣੀ ਬਣਦੀ ਹੈ, ਮਿੱਠੀ ਬਣਦੀ ਹੈ, ਆਨੰਦਮਈ ਬਣਦੀ ਹੈ। ਔਰ ਗੁਰੂ ਸਾਨੂੰ ਆਨੰਦ ਵਿੱਚ ਜੀਣਾ ਸਿਖਾਉਂਦੇ ਨੇ, ਆਨੰਦ ਵਿੱਚ। ਉਹ ਕਹਿੰਦੇ ਸਿਆਣਾ ਨਾ ਬਣ, ਆਨੰਦਮਈ ਬਣ। ਸਿਆਣਾ ਤੇ ਤੂੰ ਆਪੇ ਹੀ ਬਣ ਜਾਏਗਾ ਜਦੋਂ ਤੂੰ ਗੁਰੂ ਲੜ ਲੱਗ ਗਿਆ। ਹੁਣ ਪਹਿਲਾ ਹੈਗਾ ਕਿ ਸ਼ਬਦ ਬੋਧ, ਸਾਨੂੰ ਗੁਰਬਾਣੀ ਦੇ ਸ਼ਬਦਾਂ ਦਾ ਗਿਆਨ ਹੋਵੇ ਕਿ ਸ਼ਬਦ ਹੈ ਕੀ। ਹੁਣ ਅਸੀਂ ਪੜ੍ਹ ਲਿਆ, ਸਮਝ ਲਓ ਅਸੀਂ ਮਹਾਰਾਜ ਨੇ ਚਰਨ ਸਾਧ ਕੇ ਧੋਏ ਧੋਏ ਪੀਓ। ਹੁਣ ਸਾਧਾਂ ਦੇ ਪੈਰ ਧੋਣ ਨੂੰ ਥੋੜਾ ਸਾਹਿਬ ਨੇ ਕਿਹਾ ਮਿੱਟੀ ਦਾ ਪਾਣੀ ਹੁਣ ਪੀਣ ਡਏ ਨੇ, ਉੱਥੇ ਦੇਖੋ ਉਹਨਾਂ ਨੇ ਇਹੋ ਜਿਹੇ ਬਣਾ ਲਏ। ਐਨੀਵੇਜ਼, ਸ਼ਬਦ ਬੋਧ। ਅੱਗੇ ਹੈਗਾ ਵਾਕ ਬੋਧ। ਇਹ ਵਾਕ ਕਿੱਦਾਂ ਦੇ ਬਣੇ ਹੋਏ ਨੇ, ਕਿਉਂਕਿ ਇਹ ਪੋਇਟਰੀ ਹੈ। ਇਹਨੂੰ ਮੈਂ ਕਿੱਥੇ ਰੁਕਾਂ? ਤੇ ਹੁਣ ਜੇ ਅਸੀਂ ਪੜ੍ਹਿਆ ਅੰਮ੍ਰਿਤ ਜਿੰਨਾ ਚਖਾਇਓਨ ਰਸ ਆਇਆ ਸੈ, ਹੁਣ ਅੰਮ੍ਰਿਤ ਜਿੰਨਾ ਚਖਾਇਓਨ ਰਸ ਆਇਆ ਸੈ ਸੁਭਾਏ, ਇੱਕ ਸੈਂਟੈਂਸ ਥੋੜੀ ਹੈ, 2 ਨੇ। ਅੰਮ੍ਰਿਤ ਜਿੰਨਾ ਚਖਾਇਓਨ, ਜਿਨ੍ਹਾਂ ਨੂੰ ਅੰਮ੍ਰਿਤ ਚਖਾ ਦਿੱਤਾ ਗੁਰੂ ਨੇ, ਰਸ ਆਇਆ ਸਹਿਜ ਸੁਭਾਏ, ਉਹਨਾਂ ਨੂੰ ਸਹਿਜ ਸੁਭਾ ਹੀ ਉਹਦਾ ਰਸ ਆ ਗਿਆ, ਹਨਾ। ਹੁਣ 2 ਸੈਂਟੈਂਸ ਹੋ ਗਏ। ਇਹ ਹੋਇਆ ਵਾਕ ਬੋਧ ਤੁਸੀਂ ਸਿੱਖਣੇ ਆ, ਕਿਉਂਕਿ ਪੋਇਟਰੀ ਕਦੇ ਪ੍ਰੋਜ਼ ਵਾਂਗੂ ਨਹੀਂ ਪੜ੍ਹੀ ਜਾਂਦੀ। ਪ੍ਰੋਜ਼ ਕਹਾਣੀ ਐ ਵਾਰਤਕ ਹੁੰਦੀ ਹੈ, ਫੁੱਲ ਸਟਾਪ ਲੱਗ ਗਿਆ, ਅਗਲਾ ਸੈਂਟੈਂਸ ਆ ਗਿਆ, ਉਹ ਆਪਣੇ ਆਪ 'ਚ ਐਕਸਪਲੇਨੇਸ਼ਨ ਵੀ ਹੁੰਦੀ ਹੈ ਉਹਦੇ 'ਚ, ਉਹ ਪੂਰਾ ਖੋਲ ਕੇ ਦੱਸਿਆ ਹੁੰਦਾ ਉਹਦੇ 'ਚ। ਤੇ ਜੇ ਗੁਰੂ ਪ੍ਰੋਜ਼ ਵਿੱਚ ਲਿਖਦੇ ਪਤਾ ਨਹੀਂ ਕਿੰਨੇ ਗ੍ਰੰਥ ਬਣਦੇ, ਤੇ ਉਹਨਾਂ ਨੇ ਕੰਡੈਂਸ ਕੀਤਾ ਹੋਇਆ ਹੈ ਬ੍ਰਹਮ ਗਿਆਨ ਸਾਰਾ। ਹਾਂ, ਹੁਣ ਇਹ ਹੋ ਗਿਆ ਵਾਕ ਬੋਧ। ਅੱਗੇ ਆ ਗਿਆ ਅਰਥ ਬੋਧ। ਇਹਨਾਂ ਦੇ ਅਰਥ ਕੀ ਬਣੇ? ਹੁਣ ਮੈਂ ਪੜ੍ਹ ਲਿਆ ਵਾਕ ਬੋਧ ਤੇ ਅਰਥ ਬੋਧ, 2 ਵੱਖਰੇ ਵੱਖਰੇ। ਹਾਂਜੀ, ਸ਼ਬਦ ਪਹਿਲਾਂ ਸ਼ਬਦਾਂ ਨਾਲ ਜਾਣ ਪਛਾਣ ਕਰੋ, ਫਿਰ ਵਾਕ ਬੋਧ, ਫਿਰ ਅਰਥ ਬੋਧ। ਫਿਰ ਅਰਥ ਬੋਧ। ਪਹਿਲਾਂ ਵਾਕ ਬਣਾਓਗੇ ਤੇ ਅਰਥ ਆਏਗਾ ਨਾ। ਇਹ ਗੱਲ ਬੜੀ ਮੈਨੂੰ ਵੀ ਪਹਿਲੀ ਵਾਰ ਪਤਾ ਲੱਗੀ ਹੈ, ਸ਼ਬਦ ਬੋਧ, ਤੇ ਵਾਕ ਬੋਧ ਤੇ ਅਰਥ ਬੋਧ। ਹੁਣ ਅਗਲਾ ਮੇਨ ਪੜਿਆ ਜਿਹਨੂੰ ਚੌਥਾ ਪਦ ਕਿਹਾ ਸਾਹਿਬ ਨੇ। ਹੁਣ ਉੱਥੇ ਚੌਥਾ ਪਦ ਤੋਂ ਯਾਦ ਆ ਗਿਆ ਕਿ ਚਲੋ ਆਪਾਂ ਮਾਇਆ ਦੀ ਵਿਆਖਿਆ ਫਿਰ ਕਰਾਂਗੇ। ਮਾਇਆ ਜਿਹੜੀ ਸਾਰੀ ਕ੍ਰੀਏਸ਼ਨ ਹੈ 3 ਗੁਣਾਂ ਤੋਂ ਹੈ, ਰਜਗੁਣ, ਤਮਗੁਣ, ਸਤਗੁਣ। ਪਹਿਲਾਂ ਤਮਗੁਣ ਹੁੰਦਾ, ਫਿਰ ਰਜਗੁਣ, ਫਿਰ ਸਤਗੁਣ, ਫਿਰ ਤੁਰੀ ਅਵਸਥਾ ਹੁੰਦੀ ਹੈ। ਸਾਨੂੰ ਸਾਹਿਬ ਤੁਰੀ ਅਵਸਥਾ 'ਚ ਲੈ ਕੇ ਜਾਂਦੇ ਨੇ। ਤੁਰੀ ਅਵਸਥਾ ਕਦੋਂ ਬਣੇਗੀ? ਜਦੋਂ ਤੁਹਾਡੇ ਕੋਲ ਭਾਵ ਬੋਧ ਆ ਗਿਆ। ਹੁਣ ਭਾਵ ਬੋਧ ਕੀ ਹੈ? ਭਾਵ ਬੋਧ ਕਹਿੰਦੇ ਨੇ ਸਾਹਿਬ ਨੇ ਸਾਡੇ ਭਾਵਾਂ ਨੂੰ ਬਦਲਣਾ ਹੈ, ਤੇ ਮੈਨੂੰ ਜਦੋਂ ਆਪਣੇ ਭਾਵਾਂ ਦੀ ਸੋਝੀ ਨਹੀਂ ਹੈਗੀ ਤੇ ਮੈਨੂੰ ਗੁਰੂ ਦੇ ਭਾਵ ਕਿੱਥੋਂ ਸਮਝ ਆਣੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਗੁਰਬਾਣੀ ਦਰਪਣ ਹੈ। ਇਹਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਜਦੋਂ ਉਹਨਾਂ ਨੇ ਸਾਰੀ ਵਿਆਖਿਆ ਕੀਤੀ ਹੈ ਤੇ ਉਹ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਦਰਪਣ। ਗੁਰਬਾਣੀ ਨਾ ਸਾਨੂੰ ਸਾਡੇ ਮਨ ਦਾ ਸ਼ੀਸ਼ਾ ਵਿਖਾਉਂਦੀ ਵੀ ਤੂੰ ਅੰਦਰੋਂ ਹੈ ਕੀ। ਸ਼ਕਲ ਤੇ ਤੇਰੀ ਭਾਵੇਂ ਚੰਦ ਸੂਰਜ ਤੋਂ ਵੀ ਜ਼ਿਆਦਾ ਚਮਕਦੀ ਹੋਏ, ਪਰ ਤੇਰੇ ਅੰਦਰ ਕੀ ਹੈ ਉਹ ਗੁਰਬਾਣੀ ਸਾਨੂੰ ਦਿੰਦੀ ਹੈ ਸ਼ੀਸ਼ਾ ਸਾਰਾ। ਜਦੋਂ ਕਹਿੰਦੇ ਹੋ ਪਾਪੀ ਪਤਿਤ ਪਰਮ ਪਾਖੰਡੀ, ਕੋਈ ਮੰਨਦਾ ਕਿ ਮੈਂ ਪਾਪੀ ਪਤਿਤ ਪਰਮ ਪਾਖੰਡੀ ਹਾਂ? ਕੋਈ ਵੀ ਨਹੀਂ ਮੰਨਦਾ, ਕਦੇ ਵੀ ਨਹੀਂ। ਕਹਿੰਦੇ ਲੈ ਤੂੰ ਹੋਏਗਾ ਪਖੰਡੀ, ਮੈਂ ਤਾਂ ਕੋਈ ਪਖੰਡ ਨਹੀਂ ਕਰਦਾ, ਨਾ ਮੈਂ ਪਾਪੀ ਹਾਂ, ਹੈ। ਉਹ ਕਹਿੰਦੇ ਤੂੰ ਨਿਰਮਲ ਨਿਰੰਕਾਰੀ। ਹੁਣ ਜਦੋਂ ਮੈਂ ਪੜੂੰਗੀ ਇਹ ਲਾਈਨ ਤੇ ਮੈਂ ਕਹੂੰਗੀ ਵੀ ਹੋ ਪਾਪੀ ਪਤਿਤ ਪਰਮ, ਗੁਰੂ ਤੇ ਪਾਪੀ ਨਹੀਂ ਹੈ, ਪਤਿਤ ਵੀ ਨਹੀਂ ਹੈ, ਪਖੰਡੀ ਵੀ ਨਹੀਂ, ਪਤਾ ਲੱਗ ਗਿਆ ਉਹ ਤੇ ਨਿਰੰਕਾਰ ਹੈ। ਤੇ ਮੈਂ ਪਾਪੀ ਕਿੱਦਾਂ ਵਾਂ? ਮੈਂ ਕਿਹੜੇ ਪਾਪ ਕਰਦੀ ਆ? ਮੈਂ ਸੋਚੂੰਗੀ। ਜੇ ਮੈਂ ਆਪਣੇ ਹਸਬੈਂਡ ਨਾਲ ਝੂਠ ਬੋਲਿਆ ਤੇ ਪਾਪ ਤਾਂ ਕੀਤਾ। ਜੇ ਮੈਂ ਆਪਣੇ ਨਿਆਣੇ ਨੂੰ ਸੱਚੀ ਗੱਲ ਨਹੀਂ ਦੱਸੀ ਤਾਂ ਪਾਪ ਤਾਂ ਕੀਤਾ। ਜਿੱਥੇ ਮੈਂ ਕੰਮ ਤੇ ਗਈ ਸੀ ਜੇ ਮੈਂ ਉਹਨਾਂ ਨਾਲ ਦਗਾ ਕਮਾਇਆ, ਜਿਹੜੇ ਕੰਮ ਲਈ ਲਾਇਆ ਸੀ ਉਹ ਮੈਂ ਕੰਮ ਨਹੀਂ ਕੀਤਾ ਤੇ ਮੈਂ ਤਾਂ ਪਾਪੀ ਹਾਂ।
ਜੇ ਮੈਂ ਗੁਰੂ ਦੀ ਵੀ ਵਿਆਖਿਆ ਗਲਤ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ, ਮੰਨ ਲਓ ਚਲੋ ਸਾਹਿਬ ਨੇ ਸਾਨੂੰ, ਤੁਹਾਨੂੰ ਵੀ ਤੇ ਜਾਂ ਮੈਨੂੰ ਵੀ, ਸਾਨੂੰ ਬੋਲਣ ਦੀ ਇੱਕ ਕਲਾ ਦਿੱਤੀ, ਗਲਾ ਵੀ ਉਹਦਾ, ਆਵਾਜ਼ ਵੀ ਉਹਦੀ, ਇਹ ਸਰੀਰ ਵੀ ਉਹਦਾ, ਜਦੋਂ ਮੇਰਾ ਮੁਝ ਮੇ ਕਿਛ ਨਹੀਂ ਆ ਗਿਆ ਤੇ ਮੇਰਾ ਕੀ ਰਿਹਾ? ਝਗੜਾ ਹੀ ਮੁੱਕ ਗਿਆ, ਫਿਰ ਖਤਮ ਹੋ ਗਿਆ ਨਾ। ਹਾਂ ਬਿਲਕੁਲ। ਜਦੋਂ ਮੈਂ ਆਪਣੇ ਆਪ ਨੂੰ ਮੈਂ ਬਣਾ ਲਿਆ ਤੇ ਮੈਂ ਦੂਜੇ ਨੂੰ ਕਹਤਾ ਤੈਨੂੰ ਮੈਂ ਸਿਖਾਉਣਾ, ਮੈਂ ਪਾਪੀ ਹਾਂ, ਉਹ ਪਾਪੀ ਹੀ ਹੁੰਦਾ। ਕਿਉਂਕਿ ਤੁਸੀਂ ਕਹਿਣਾ ਹੈ ਆਪਣੇ ਭੈਣਾਂ ਭਰਾਵਾਂ ਨੂੰ, ਜਾਂ ਅਸੀਂ ਆਪਣੀ ਸਿੱਖ ਸੰਗਤ ਨੂੰ, ਜਾਂ ਸਾਡੇ ਸਰੋਤਿਆਂ ਨੂੰ, ਦੇਖੋ ਅਸੀਂ ਸਤਿਗੁਰ ਦੀ ਬਾਣੀ ਉਹਦਾ ਨਾਂ ਲੈ ਕੇ ਉਹਦੇ ਡਰ ਅਦਬ ਵਿੱਚ ਕਹਿ ਰਹੇ ਹਾਂ ਤੁਹਾਨੂੰ, ਅਦਬ ਵੀ ਉਹਦੇ ਸਤਿਕਾਰ 'ਚ ਕਹਿ ਰਹੇ ਹਾਂ। ਮੇਬੀ ਵੀ ਕੈਨ ਬੀ ਰੋਂਗ, ਪਰ ਅਸੀਂ ਆਪਣੀ ਗੱਲ ਨਹੀਂ ਕਰ ਰਹੇ, ਇਹ ਉਹਦੀ ਹੋਈ ਗੱਲ ਕਰ ਰਹੇ, ਉਹਦੀਆਂ ਰਹਿਮਤਾਂ ਦੇ ਦੁਆਰਾ ਕਰ ਰਹੇ, ਰਾਈਟ। ਆਵਾਜ਼ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ। ਅੱਜ ਦੇ ਜਿਹੜੇ ਅਧਿਆਏ ਦਾ ਸਮਾਂ ਵੀ ਹੋ ਗਿਆ ਹੈ। ਹਾਂਜੀ ਹਾਂਜੀ। ਤੁਹਾਡੇ ਕੋਲ ਤਾਂ ਭੰਡਾਰ ਹੈ, ਤੁਸੀਂ ਤਾਂ ਮੈਨੂੰ ਲੱਗਦਾ ਵੀ ਲਗਾਤਾਰ ਕਿੰਨੇ ਘੰਟੇ ਵੀ ਬੋਲ ਸਕਦੇ ਹੋ। ਆਪਾਂ ਅੱਜ ਦਾ ਜਿਹੜਾ ਅਧਿਆਏ ਹੈ ਇੱਥੇ ਹੀ ਖਤਮ ਕਰਦੇ ਹਾਂ। ਅਗਲੇ ਹਫਤੇ ਦਰਸ਼ਕਾਂ ਨੂੰ ਫੇਰ ਮਿਲਾਂਗੇ, ਉਦੋਂ ਤੱਕ ਲਈ ਆਪਾਂ ਇਜਾਜ਼ਤ ਲੈਂਦੇ ਹਾਂ। ਸੋ ਦਰਸ਼ਕੋ, ਤੁਸੀਂ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਦੇਖੋ ਤੇ ਆਪਣੇ ਨੇੜੇ ਦੇ ਜਿੰਨੇ ਵੀ ਜਾਣਨ ਵਾਲੇ ਨੇ ਉਹਨਾਂ ਦੇ ਨਾਲ ਸ਼ੇਅਰ ਕਰੋ, ਤਾਂ ਕਿ ਗੁਰਬਾਣੀ ਤੋਂ, ਗੁਰੂ ਗ੍ਰੰਥ ਸਾਹਿਬ ਤੋਂ, ਕਿ ਗੁਰੂ ਗ੍ਰੰਥ ਸਾਹਿਬ ਹੈ ਕੀ ਆ, ਉਹਦੇ ਤੋਂ ਸਾਰੇ ਜਾਣੂ ਹੋ ਸਕਣ। ਅਸੀਂ ਵਿਦਾ ਲੈਂਦੇ ਹਾਂ ਦੋਵੇਂ ਜਣੇ, ਅਗਲੇ ਹਫਤੇ ਫੇਰ ਮਿਲਦੇ ਹਾਂ। ਇਜਾਜ਼ਤ ਲਈਏ ਜੀ। ਭੁੱਲਣਾ ਦੀ ਖਿਮਾ ਜੀ। ਵਾਹਿਗੁਰੂ ਜੀ ਕੀ ਫਤਿਹ।